Hello and welcome back to all of you on our YouTube channel Commerce EduTech। ਅੱਜ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਆਇਆ +2 ਬਿਜ਼ਨਸ ਸਟੱਡੀਜ਼ ਦੇ ਵਿੱਚੋਂ। ਆਪਣੇ ਟੌਪਿਕ ਦਾ ਨਾਮ ਹੈ ਆਬਜੈਕਟਿਵ, ਇੰਪੋਰਟੈਂਸ ਔਰ ਐਡਵਾਂਟੇजेस ਆਫ ਮੈਨੇਜਮੈਂਟ। ਪਹਿਲਾਂ ਅਸੀਂ ਇਸ ਦੇ ਫੀਚਰਸ ਕੀਤੇ ਆ, ਇਹਦੇ ਕਰੈਕਟਰਿਸਟਿਕਸ ਕੀਤੀ ਹੈ, ਮੈਨੇਜਮੈਂਟ ਉਹਦੀ ਮੀਨਿੰਗ ਕੀਤੀ ਹੈ, ਉਹਦੇ ਅਲੱਗ-ਅਲੱਗ ਕਨਸੈਪਟਸ ਦੇ ਵਿੱਚ ਉਹਦਾ ਮੀਨਿੰਗ ਅਸੀਂ ਦੇਖਿਆ ਵੀ ਕੀ ਬਣਦਾ। ਅੱਜ ਅਸੀਂ ਉਹਦੇ ਆਬਜੈਕਟਿਵ, ਉਹਦੀ ਇੰਪੋਰਟੈਂਸ ਦੇਖਣੀ ਹੈ। ਕਿਆ ਆਬਜੈਕਟਿਵ, ਇੰਪੋਰਟੈਂਸ ਜਾਂ ਐਡਵਾਂਟੇजेस ਇੱਕੋ ਹੀ ਹੁੰਦੀਆਂ? ਸਾਨੂੰ ਅਗਰ ਪੇਪਰ ਦੇ ਵਿੱਚ ਐਡਵਾਂਟੇਜ ਆ ਜਾਂਦੀਆਂ ਤਾਂ ਕਿਆ ਅਸੀਂ ਜੋ ਅੱਜ ਟੌਪਿਕ ਕਰ ਰਹੇ ਹਾਂ ਉਹ ਲਿਖ ਸਕਦੇ ਹਾਂ ਉਹਦੇ ਅੰਦਰ? ਕਿਆ ਆਬਜੈਕਟਿਵ ਆ ਜਾਂਦੇ ਅਸੀਂ ਸੇਮ ਟੌਪਿਕ ਫਿਰ ਵੀ ਲਿਖ ਸਕਦੇ ਹਾਂ? ਕਿਆ ਇੰਪੋਰਟੈਂਸ ਆ ਜਾਂਦੀ ਅਸੀਂ ਸੇਮ ਟੌਪਿਕ ਫਿਰ ਵੀ ਲਿਖ ਸਕਦੇ ਹਾਂ? ਤਾਂ ਯੈਸ, ਆਪਾਂ ਲਿਖ ਸਕਦੇ ਹਾਂ। ਆਪਣਾ ਸਿਰਫ ਲਿਖਣ ਦਾ ਜੋ ਤਰੀਕਾ ਹੁੰਦਾ ਹੈ ਉਹ ਉਸ ਚੀਜ਼ ਨੂੰ ਅਲੱਗ ਕਰ ਦਿੰਦਾ। ਐਗਜ਼ਾਮਪਲ ਆਪਾਂ ਲੈਂਦੇ ਹਾਂ ਇੱਕ ਛੋਟੀ ਜੀ, ਕਿ ਤੁਸੀਂ ਡੇਲੀ ਰੂਟੀਨ ਲਾਈਫ ਦੇ ਵਿੱਚ ਇੱਕ ਕਾਪੀ, ਇੱਕ ਡਾਇਰੀ ਜਾਂ ਇੱਕ ਰਜਿਸਟਰ ਮੇਨਟੇਨ ਕਰਦੇ ਹੋ ਆਪਣੇ ਕਿਸੇ ਵੀ ਸਬਜੈਕਟ ਦੇ ਲਈ। ਹੁਣ ਅਗਰ ਅਸੀਂ ਉਸ ਰਜਿਸਟਰ ਦਾ ਆਬਜੈਕਟ ਦੇਖਣਾ ਹੋਵੇ ਤਾਂ ਅਸੀਂ ਕੀ ਲਿਖਦੇ ਹਾਂ ਉਹਦੇ ਆਬਜੈਕਟ ਦੇ ਅੰਦਰ? ਟੂ ਮੇਨਟੇਨ ਰਿਕਾਰਡ, ਕਿ ਹੈਲਪ ਕਰਦਾ ਹੈ ਮੇਨਟੇਨ ਕਰਨ ਵਾਸਤੇ ਰਿਕਾਰਡ ਨੂੰ। ਔਰ ਅਗਰ ਮੈਂ ਕਹਾਂ ਕਿ ਇਸ ਦੀ ਐਡਵਾਂਟੇਜ ਲਿਖੋ ਤਾਂ ਤੁਸੀਂ ਕੀ ਲਿਖੋਗੇ? ਇਟ ਮੇਨਟੇਨ ਰਿਕਾਰਡ, ਕਿ ਇਹ ਚੀਜ਼ ਜਿਹੜੀ ਹੈ ਸਾਡਾ ਰਿਕਾਰਡ ਮੇਨਟੇਨ ਵੀ ਕਰਦੀ ਹੈ। ਸੋ ਇਹ ਅਲੱਗ-ਅਲੱਗ ਚੀਜ਼ਾਂ ਨੇ। ਦੇਖੋ, ਲਿਖਣ ਦਾ ਤਰੀਕਾ ਸੀ, ਉਹੀ ਚੀਜ਼ ਨੇ ਉਸ ਨੂੰ ਆਬਜੈਕਟ ਕ੍ਰੀਏਟ ਕੀਤਾ, ਉਸੇ ਚੀਜ਼ ਨੇ ਉਸ ਨੂੰ ਇੱਕ ਐਡਵਾਂਟੇਜ ਦੇ ਤੌਰ 'ਤੇ ਵੀ ਲਿਆ। ਠੀਕ ਹੈ। ਸੋ ਅੱਜ ਆਪਾਂ ਦੇਖਣਾ ਹੈ ਕਿ ਇੱਕ ਮੈਨੇਜਮੈਂਟ ਜੋ ਹੈ, ਮੈਨੇਜਮੈਂਟ ਹੈ ਕੀ। ਅਸੀਂ ਪਹਿਲਾਂ ਇਹ ਚੀਜ਼ ਨੂੰ ਦੇਖ ਚੁੱਕੇ ਕਿ ਮੈਨੇਜਮੈਂਟ ਇੱਕ ਐਕਟੀਵਿਟੀ ਹੈ ਜੋ ਅਸੀਂ ਪਰਫੋਰਮ ਕਰਦੇ ਹਾਂ। ਸਾਡੀਆਂ ਐਕਟੀਵਿਟੀਜ਼ ਨੂੰ ਜੋ ਹੈ ਇੱਕ ਦਿਸ਼ਾ ਪ੍ਰੋਵਾਈਡ ਕਰਦੀ ਹੈ, ਕੰਟਰੋਲ ਕਰਦੀ ਹੈ, ਤਾਂ ਜੋ ਅਸੀਂ ਆਪਣੇ ਆਰਗੇਨਾਈਜੇਸ਼ਨ ਦੇ ਟਾਰਗੇਟ ਨੂੰ ਅਚੀਵ ਕਰ ਸਕੀਏ। ਹਿਊਮਨ ਬਿਹੇਵੀਅਰ ਦੀ ਸਟੱਡੀ ਹੈ ਪ੍ਰੋਪਰ, ਉਸ ਨੂੰ ਹੀ ਗਾਈਡੈਂਸ ਪ੍ਰੋਵਾਈਡ ਕਰਦੀ ਹੈ ਇਹ। ਤਾਂ ਅੱਜ ਅਸੀਂ ਇਹਦੇ ਆਬਜੈਕਟਿਵਸ ਦੇਖਣੇ ਆ। ਮੈਨੇਜਮੈਂਟ ਜੋ ਹੈ ਇਸ ਦੇ ਆਬਜੈਕਟਿਵ ਨੂੰ 3 ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ। ਪਹਿਲੇ ਆਬਜੈਕਟਿਵ ਇਹਦੇ ਟੂਵਰਡ ਆਰਗੇਨਾਈਜੇਸ਼ਨ ਹੈ, ਮਤਲਬ ਕਿ ਆਰਗੇਨਾਈਜੇਸ਼ਨਲ ਆਬਜੈਕਟਿਵਸ ਨੇ ਇਹਦੇ। ਦੂਸਰੇ ਇਹਦੇ ਕੁਝ ਸੋਸ਼ਲ ਆਬਜੈਕਟਿਵ ਹੋਣਗੇ। ਤੀਸਰਾ ਇਹਦੇ ਕੁਝ ਇੰਡੀਵਿਜੂਅਲ ਆਬਜੈਕਟਿਵ ਵੀ ਹੋਣਗੇ। ਹੁਣ ਅਸੀਂ ਇਹਨਾਂ ਨੂੰ 1 ਬਾਏ 1 ਡਿਸਕਸ ਕਰਨਾ ਹੈ ਕਿ ਮੈਨੇਜਮੈਂਟ ਦੇ ਆਰਗੇਨਾਈਜੇਸ਼ਨਲ ਆਬਜੈਕਟਿਵ ਕਿਹੜੇ ਆ, ਸੋਸ਼ਲ ਕਿਹੜੇ ਆ, ਜਾਂ ਇੰਡੀਵਿਜੂਅਲ ਕਿਹੜੇ ਆ। ਸੋ ਆਰਗੇਨਾਈਜੇਸ਼ਨਲ ਆਬਜੈਕਟਿਵ ਤੋਂ ਅਸੀਂ ਸਟਾਰਟ ਕਰਦੇ ਹਾਂ ਕਿ ਮੈਨੇਜਮੈਂਟ ਦੇ ਆਰਗੇਨਾਈਜੇਸ਼ਨਲ ਆਬਜੈਕਟਿਵ ਕਿਹੜੇ-ਕਿਹੜੇ ਹੋਣਗੇ। ਦੇਖੋ, ਆਰਗੇਨਾਈਜੇਸ਼ਨਲ ਆਬਜੈਕਟਿਵ ਦਾ ਮਤਲਬ ਕਿ ਹਰ ਇੱਕ, ਦੇਖੋ ਇੱਥੇ ਸਟਾਰਟਅਪ ਆਪਾਂ ਕੀ ਲਿਆ ਕਿ ਐਵਰੀ ਮੈਨੇਜਮੈਂਟ ਏਮ ਟੂ ਅਚੀਵ ਨੰਬਰ ਆਫ ਆਬਜੈਕਟਿਵ ਟੂਵਰਡ ਦਾ ਆਰਗੇਨਾਈਜੇਸ਼ਨ, ਕਿ ਆਰਗੇਨਾਈਜੇਸ਼ਨ ਦੀ ਤਰਫ ਜਿਸ ਦੇ ਲਈ ਅਸੀਂ ਮੈਨੇਜਮੈਂਟ ਨੂੰ ਤਿਆਰ ਕੀਤਾ, ਜਿਸ ਦੇ ਲਈ ਅਸੀਂ ਉਹ ਸਾਰੀਆਂ ਐਕਟੀਵਿਟੀਜ਼ ਪਰਫੋਰਮ ਕਰਦੇ ਹਾਂ, ਸਾਰੇ ਆਪਰੇਸ਼ਨਸ ਪਰਫੋਰਮ ਕਰਦੇ ਹਾਂ, ਕੁਝ ਆਬਜੈਕਟਿਵ ਉਹਦੀ ਤਰਫ ਹੋਣਗੇ। ਤਾਂ ਕਿਹੜੇ-ਕਿਹੜੇ ਆਬਜੈਕਟਿਵਸ ਨੇ? ਫਸਟ ਆਬਜੈਕਟਿਵ ਹੈ, ਵੈਰੀ ਇੰਪੋਰਟੈਂਟ ਹੈ ਇਹ, ਕਿ ਸਰਵਾਈਵਲ। ਦੇਖੋ, ਕਿਸੇ ਵੀ ਬਿਜ਼ਨਸ ਦਾ ਸੋਲ ਆਬਜੈਕਟ ਕੀ ਹੁੰਦਾ ਹੈ ਕਿ ਅਸੀਂ ਉਸ ਚੀਜ਼ ਦੇ ਜਗ੍ਹਾ ਦੇ ਉੱਪਰ ਉਸ ਨੂੰ ਸਰਵਾਈਵ ਕਰਾਈਏ, ਉਸ ਮਾਰਕੀਟ ਦੇ ਵਿੱਚ ਸਰਵਾਈਵ ਕਰਾਈਏ, ਉਹਨਾਂ ਕੰਡੀਸ਼ਨਸ 'ਚ ਸਰਵਾਈਵ ਕਰਾਈਏ। ਦੇਖੋ, ਅਸੀਂ ਇਨਵਾਇਰਮੈਂਟ ਨੂੰ ਚੇਂਜ ਨਹੀਂ ਕਰ ਸਕਦੇ। ਬਿਜ਼ਨਸ ਇਨਵਾਇਰਮੈਂਟ ਹੈ ਕਿ ਜੋ ਬਾਇਓਂਡ ਦਾ ਕੰਟਰੋਲ ਆਫ ਬਿਜ਼ਨਸ ਹੈ ਉਸ ਨੂੰ ਅਸੀਂ ਬਿਜ਼ਨਸ ਇਨਵਾਇਰਮੈਂਟ ਕਿਹਾ ਜਾਂਦਾ। ਅਗਰ ਉਹ ਸਾਡੇ ਕੰਟਰੋਲ ਤੋਂ ਬਾਹਰ ਹੈ, ਅਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ। ਇਟ ਮੀਨਸ ਕਿ ਉਸੇ ਇਨਵਾਇਰਮੈਂਟ ਦੇ ਵਿੱਚ ਸਾਨੂੰ ਖੁਦ ਨੂੰ ਸਰਵਾਈਵ ਹੋਣਾ ਪਊਗਾ। ਸੋ ਮੈਨੇਜਮੈਂਟ ਜਿਹੜੀ ਹੈ ਉਸ ਦਾ ਜਿਹੜਾ ਫਸਟ ਪ੍ਰਾਈਮ ਏਮ ਹੈ ਉਹ ਕੀ ਹੈ? ਟੂ ਸਰਵਾਈਵ ਇਨ ਪ੍ਰੈਜ਼ੈਂਟ ਕੰਪੀਟੀਟਿਵ ਇਨਵਾਇਰਮੈਂਟ। ਜਿਸ ਇਨਵਾਇਰਮੈਂਟ ਦੇ ਵਿੱਚ ਬਿਜ਼ਨਸ ਹੈ ਉਸੇ ਇਨਵਾਇਰਮੈਂਟ 'ਚ ਬਿਜ਼ਨਸ ਨੂੰ ਸਰਵਾਈਵ ਕਰਵਾਉਣਾ, ਇਹ ਮੈਨੇਜਮੈਂਟ ਦਾ ਫਸਟ ਤੇ ਸੋਲ ਆਬਜੈਕਟ ਹੈ। ਦੇਖੋ ਨਾਲ ਕੀ ਲਿਖਿਆ ਕਿ ਉਹ ਕਿਵੇਂ ਪੂਰਾ ਹੋਊਗਾ? ਕਵਰ ਇਟਸ ਕਾਸਟ ਐਂਡ ਅਰਨ ਰੀਜ਼ਨੇਬਲ ਪ੍ਰੋਫਿਟ। ਦੇਖੋ, ਕਵਰ ਇਟਸ ਕਾਸਟ, ਜੇ ਸਾਡੀ ਕਾਸਟ ਹੀ ਕਵਰ ਨਹੀਂ ਹੋਊਗੀ ਤਾਂ ਸਾਨੂੰ ਬਿਜ਼ਨਸ ਕਰਨ ਦਾ ਕੋਈ ਫਾਇਦਾ ਨਹੀਂ। ਅਸੀਂ ਲਾਸ 'ਚ ਜਾਵਾਂਗੇ, ਲਗਾਤਾਰ ਲਾਸ ਸਸਟੇਨ ਕਰਾਂਗੇ ਅਤੇ ਕਦੇ ਨਾ ਕਦੇ ਅਸੀਂ ਬੰਦ ਹੋ ਜਾਵਾਂਗੇ। ਨਾਲ ਕੀ ਕਰਨਾ? ਅਸੀਂ ਰੀਜ਼ਨੇਬਲ ਪ੍ਰੋਫਿਟ ਅਰਨ ਕਰਨਾ ਹੈ। ਵਰਡ ਯੂਜ਼ ਕੀਤਾ ਗਿਆ ਰੀਜ਼ਨੇਬਲ। ਪ੍ਰੋਫਿਟ ਨੂੰ ਮੈਕਸੀਮਾਈਜ਼ ਨਹੀਂ ਲਿਖਿਆ, ਅਸੀਂ ਰੀਜ਼ਨੇਬਲ ਲਿਖਿਆ। ਉਹ ਕਿਉਂ ਲਿਖਿਆ ਉਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਸੈਕਿੰਡ, ਆਪਣੀ ਜੋ ਸਾਡਾ ਬੇਸ ਹੈ, ਨੈਕਸਟ ਕੀ ਹੈ? ਗਰੋਥ। ਇੱਕ ਸਾਡਾ ਆਬਜੈਕਟ ਹੈ ਬਿਜ਼ਨਸ ਦੇ ਲਈ ਕਿ ਅਸੀਂ ਬਿਜ਼ਨਸ ਨੂੰ ਗਰੋਥ ਪ੍ਰੋਵਾਈਡ ਕਰਨੀ ਹੈ। ਹੁਣ ਗਰੋਥ ਕਿਸ ਨੂੰ ਕਿਹਾ ਜਾਂਦਾ? ਇੱਕ ਗਰੋਥ ਹੁੰਦੀ ਹੈ, ਇੱਕ ਡਿਵੈਲਪਮੈਂਟ ਹੁੰਦੀ ਹੈ। ਦੋਨਾਂ 'ਚ ਫਰਕ ਹੈ। ਡਿਵੈਲਪਮੈਂਟ ਬਾਏ ਟੈਕਨੀਕ ਹੁੰਦਾ, ਗਰੋਥ ਫਿਜ਼ੀਕਲ ਗਰੋਥ ਹੁੰਦੀ ਹੈ ਤੁਹਾਡੇ ਬਿਜ਼ਨਸ ਦੀ, ਜਿੱਥੇ ਅਸੀਂ ਉਸ ਦਾ ਸਕੋਪ ਵਧਾ ਸਕਦੇ ਹਾਂ, ਉਹਦਾ ਦਾਇਰਾ ਇੰਪੋਰਟ ਐਕਸਪੋਰਟ ਤੱਕ ਲੈ ਕੇ ਜਾ ਸਕਦੇ ਹਾਂ, ਅਸੀਂ ਬ੍ਰਾਂਚਿਸ ਖੋਲ੍ਹ ਸਕਦੇ ਹਾਂ ਬਿਜ਼ਨਸ ਦੀਆਂ। ਇਹ ਸਾਡੀ ਗਰੋਥ ਹੈ। ਗਰੋਥ ਦੇ ਵਿੱਚ ਅਸੀਂ ਕੀ ਕੀ ਲਿਆ ਕਿ ਅਸੀਂ ਉਸ ਦੀਆਂ
ਐਕਟੀਵਿਟੀਜ਼ ਨੂੰ ਐਕਸਪੈਂਡ ਕਰ ਦੇਣਾ ਅਰਾਊਂਡ ਦਾ ਕੰਟਰੀ ਔਰ ਹੋਲ ਵਰਲਡ। ਅਸੀਂ ਉਸ ਨੂੰ ਕੰਟਰੀ ਵਾਈਜ਼, ਆਪਣੀ ਕੰਟਰੀ ਵਾਈਜ਼ ਲੋਕਲ, ਤੇ ਅਸੀਂ ਆਊਟ ਆਫ ਦਾ ਕੰਟਰੀ ਵੀ ਆਪਣੇ ਬਿਜ਼ਨਸ ਨੂੰ ਲਿਜਾਣ ਦੀ ਕੋਸ਼ਿਸ਼ ਕਰਨੀ ਹੈ। ਕਿਵੇਂ ਲੈ ਕੇ ਜਾਵਾਂਗੇ? ਅਸੀਂ ਉਹਦੀਆਂ ਬ੍ਰਾਂਚਿਸ ਖੋਲ੍ਹ ਸਕਦੇ ਹਾਂ। ਇਹ ਅਸੀਂ ਆਊਟ ਆਫ ਕੰਟਰੀ ਜਾਂ ਇਨਸਾਈਡ ਦਾ ਕੰਟਰੀ ਵੀ ਕਰ ਸਕਦੇ ਹਾਂ। ਅਸੀਂ ਉਹਦੇ ਸੇਲ ਦਾ ਵੋਲਿਊਮ ਜਿਹੜਾ ਹੈ ਉਸ ਨੂੰ ਵਧਾਉਣਾ। ਅਸੀਂ ਨਵਾਂ ਪ੍ਰੋਡਕਟ ਵੀ ਲੈ ਕੇ ਆ ਸਕਦੇ ਹਾਂ, ਉਹਨੂੰ ਲਾਂਚ ਕਰ ਸਕਦੇ ਹਾਂ। ਅਤੇ ਜਿਵੇਂ ਜਿਵੇਂ ਸਾਡੀਆਂ ਬ੍ਰਾਂਚਿਸ ਵਧਣਗੀਆਂ ਉਵੇਂ ਉਵੇਂ ਜਿਹੜਾ ਹੈ ਅਸੀਂ ਆਪਣੇ ਇੰਪਲੋਈਜ਼ ਦਾ ਵੋਲਿਊਮ ਵੀ ਵਧਾ ਸਕਦੇ ਹਾਂ, ਮਤਲਬ ਨੰਬਰ ਆਫ ਇੰਪਲੋਈਜ਼ ਹੋਰ ਵੀ ਜ਼ਿਆਦਾ ਆਪਾਂ ਕਰ ਸਕਦੇ ਹਾਂ ਆਪਣੇ ਕੋਲ। ਸੋ ਅਗਰ ਇਹ ਆਪਾਂ ਸਾਰਾ ਕੁਛ ਕਰਾਂਗੇ ਤਾਂ ਉਹਦੇ ਨਾਲ ਕੀ ਆ, ਸਾਡਾ ਜੋ ਦਾਇਰਾ ਹੈ ਉਹ ਵੱਧ ਜਾਊਗਾ, ਸਾਡੀ ਗਰੋਥ ਜਿਹੜੀ ਹੈ ਉਹ ਜ਼ਿਆਦਾ ਹੋ ਜਾਊਗੀ। ਸੋ ਪਹਿਲਾਂ ਅਸੀਂ ਸਰਵਾਈਵ ਕਰਨਾ, ਸਰਵਾਈਵ ਦੇ ਨਾਲ ਨਾਲ ਅਸੀਂ ਆਪਣੀ ਗਰੋਥ ਵੀ ਕਰਨੀ ਹੈ। ਔਰ ਗਰੋਥ ਅਤੇ ਸਰਵਾਈਵਲ ਇਹ ਦੋਨੋਂ ਕਿਵੇਂ ਪੋਸੀਬਲ ਹੋਣਗੇ, ਇਹ ਆਪਣੇ ਥਰਡ ਪੁਆਇੰਟ ਦੇ ਵਿੱਚ ਆਉਂਦਾ, ਦੈਟ ਇਜ਼ ਪ੍ਰੋਫਿਟੇਬਿਲਿਟੀ, ਕਿ ਅਸੀਂ ਆਪਣੀ ਪ੍ਰੋਫਿਟੇਬਿਲਿਟੀ ਨੂੰ ਜ਼ਿਆਦਾ ਕਰਨਾ ਹੈ। ਹੁਣ ਜ਼ਿਆਦਾ ਕਿਵੇਂ ਕੀਤਾ ਜਾਂਦਾ? ਪ੍ਰੋਫਿਟ ਇੱਕ ਅਸੈਂਸ਼ੀਅਲ ਪਾਰਟ ਹੈ ਬਿਜ਼ਨਸ ਦਾ, ਉਹਦੀ ਸਰਵਾਈਵਲ ਅਤੇ ਉਹਦੀ ਗਰੋਥ ਦੇ ਲਈ, ਬਟ ਇਟ ਸ਼ੁੱਡ ਬੀ ਰੀਜ਼ਨੇਬਲ। ਇਹ ਰੀਜ਼ਨੇਬਲ ਹੋਣਾ ਚਾਹੀਦਾ। ਹੁਣ ਇੱਥੇ ਆਪਾਂ ਉਹ ਗੱਲ ਡਿਸਕਸ ਕਰਾਂਗੇ ਜੋ ਸਾਡੇ ਕੋਲ ਉੱਪਰ ਆਈ ਸੀ ਕਿ ਪ੍ਰੋਫਿਟ ਜੋ ਹੈ ਉਹ ਰੀਜ਼ਨੇਬਲ ਹੋਣੇ ਚਾਹੀਦੇ ਆ। ਅਤੇ ਉਹ ਰੀਜ਼ਨੇਬਲ ਕੀ ਹੈ? ਦੇਖੋ, ਅਸੀਂ ਸੁਸਾਇਟੀ ਦਾ ਪਾਰਟ ਹੈ ਇੱਕ ਬਿਜ਼ਨਸ ਜੋ ਹੈ, ਔਰ ਜਿਹੜੀ ਸੁਸਾਇਟੀ ਹੈ ਉਹ ਬਿਜ਼ਨਸ ਦਾ ਪਾਰਟ ਬਣ ਜਾਂਦੀ ਹੈ। ਅਸੀਂ ਸੁਸਾਇਟੀ ਉਹੀ ਯੂਜ਼ ਕਰਦੀ ਹੈ ਜੋ ਬਿਜ਼ਨਸ ਜਿਹੜਾ ਪ੍ਰੋਡਿਊਸ ਕਰੂਗਾ। ਔਰ ਅਗਰ ਅਸੀਂ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦੇ ਵਿੱਚ ਜਿਹੜੀ ਇੱਕ ਚੀਜ਼ ਆ ਉਹ ਨੈਗੇਟਿਵ ਆਉਂਦੀ ਹੈ ਕਿ ਅਸੀਂ ਆਪਣੇ ਪ੍ਰੋਡਕਸ਼ਨ ਦੀ ਕੁਆਲਿਟੀ ਨੂੰ ਲੋ ਕਰ ਦਿੰਦੇ ਹਾਂ, ਉਹਦੀ ਕੋਸਟ ਨੂੰ ਡਾਊਨ ਕਰ ਦਿੰਦੇ ਹਾਂ, ਆਪਣੇ ਇੰਪਲੋਈਜ਼ ਨੂੰ ਅਸੀਂ ਜੋਬ ਤੋਂ ਕੱਢ ਦਿੰਦੇ ਹਾਂ, ਜਿਹੜੇ ਹੈਗੇ ਆ ਉਹਨਾਂ ਤੋਂ ਓਵਰ ਟਾਈਮ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ। ਔਰ ਜਿਹੜੇ ਪ੍ਰਾਈਸ ਹੈ, ਫਿਕਸੇਸ਼ਨ ਹੈ, ਉਹਦੇ ਵਿੱਚ ਅਸੀਂ ਪ੍ਰੋਫਿਟ ਦਾ ਮਾਰਜਨ ਜ਼ਿਆਦਾ ਜੋੜ ਦਿੱਤਾ। ਇਹਦਾ ਮਤਲਬ ਅਸੀਂ ਕੋਸਟ ਨੂੰ, ਜਿਹੜਾ ਪ੍ਰਾਈਸਿਸ ਨੇ ਉਹ ਜ਼ਿਆਦਾ ਹਾਇਰ ਪ੍ਰਾਈਸਿਸ ਦੇ ਉੱਪਰ ਸਮਾਨ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਅਸੀਂ ਲਗਾਤਾਰ ਸਪਲਾਈ ਬੰਦ ਕਰ ਦਿੱਤੀ ਸੋ ਦੈਟ ਕੀ ਹੈ, ਬਲੈਕ ਮਾਰਕੀਟਿੰਗ ਹੋਵੇ। ਡਿਮਾਂਡ ਵੱਧ ਰਹੀ ਹੈ, ਸਪਲਾਈ ਘਟ ਗਈ, ਇਟ ਮੀਨਸ ਕੀ ਆ, ਹੁਣ ਪ੍ਰਾਈਸ ਜਿਹੜੇ ਹੈ ਉਹ ਕੀ ਕਰ ਜਾਣਗੇ? ਬੂਮ ਕਰ ਜਾਣਗੇ। ਸੋ ਇਹ ਸਾਰੀਆਂ ਕੀ ਹੈ? ਅਨਫੇਅਰ ਟ੍ਰੇਡ ਪ੍ਰੈਕਟਿਸਿਸ ਹੈ। ਇਹ ਕੀਤੀਆਂ ਜਾਂਦੀਆਂ ਜਦੋਂ ਇੱਕ ਬਿਜ਼ਨਸਮੈਨ ਇਹ ਸੋਚ ਲੈਂਦਾ ਕਿ ਮੈਂ ਪ੍ਰੋਫਿਟ ਹੀ ਮੈਕਸੀਮਾਈਜ਼ ਕਰਨਾ, ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਹੱਥਕੰਡੇ ਆ ਉਹ ਅਪਣਾਉਂਦੇ ਆ। ਸੋ ਇਹਨਾਂ ਚੀਜ਼ਾਂ ਤੋਂ ਅਸੀਂ ਪਰਹੇਜ਼ ਕਰਨਾ, ਇਹ ਸਾਡੀ ਸੋਸ਼ਲ ਓਬਲੀਗੇਸ਼ਨ ਹੈ। ਠੀਕ ਹੈ, ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ ਜਿਹਨੂੰ ਕਿਹਾ ਜਾਂਦਾ CSR, ਅਸੀਂ ਉਸ ਨੂੰ ਨਿਭਾਉਂਦੇ ਹੋਏ ਪ੍ਰੋਫਿਟ ਜਿਹੜਾ ਹੈ ਉਹ ਕਮਾਉਣਾ, ਨੋ ਡਾਊਟ, ਕਿਉਂਕਿ ਉਸ ਤੋਂ ਬਿਨਾਂ ਬਿਜ਼ਨਸ ਦੀ ਨਾ ਗਰੋਥ ਹੋਣੀ ਹੈ ਨਾ ਸਰਵਾਈਵਲ ਹੋਣੀ ਹੈ। ਲੇਕਿਨ ਉਹ ਪ੍ਰੋਫਿਟ ਕੀ ਹੋਣਾ ਚਾਹੀਦਾ? ਸ਼ੁੱਡ ਬੀ ਰੀਜ਼ਨੇਬਲ ਹੋਣਾ ਚਾਹੀਦਾ, ਕਿ ਕੋਸਟ ਨੂੰ ਕਵਰ ਕਰਦੇ ਹੋਏ ਸਾਡਾ ਕੁਛ ਮਾਰਜਨ ਜਿਹੜਾ ਪ੍ਰੋਫਿਟ ਦਾ ਹੈ ਉਸ 'ਚ ਅਸੀਂ ਐਡ ਕਰਾਂਗੇ। ਕਲੀਅਰ ਹੈ ਜੀ। ਨੈਕਸਟ ਸਾਡਾ ਆਬਜੈਕਟ ਹੈ ਇਨੋਵੇਸ਼ਨ। ਇਨੋਵੇਸ਼ਨ ਹੁਣ ਜਿਹੜੀ ਹੈ ਇਹਨੂੰ ਅਸੀਂ ਡਿਵੈਲਪਮੈਂਟ ਦੇ ਵਿੱਚ ਲੈ ਕੇ ਚੱਲਦੇ ਹਾਂ। ਕਿ ਗਰੋਥ ਅਸੀਂ ਉੱਪਰ ਦੇਖ ਲਈ ਕੀ ਹੁੰਦੀ ਹੈ, ਹੁਣ ਇੱਥੇ ਸਾਡਾ ਆਬਜੈਕਟ ਹੈ ਇਨੋਵੇਸ਼ਨ। ਇਨੋਵੇਸ਼ਨ ਦਾ ਮਤਲਬ ਹੈ ਕਿ ਨਵੀਂ ਖੋਜ ਤਕਨੀਕ ਦੀ ਅਸੀਂ ਜਿਹੜੀ ਕਾਢ ਹੈ ਉਹ ਕੱਢਣੀ ਹੈ। ਅਤੇ ਇਹਦੇ ਲਈ ਕੀ ਲਿਖਿਆ ਸੀ? ਇੰਪਰੂਵ ਟੈਕਨੀਕ ਆਫ ਪ੍ਰੋਡਕਸ਼ਨ, ਇੰਪਰੂਵਮੈਂਟ ਇਨ ਪ੍ਰੋਡਕਟਸ, ਇਟ ਵਿਲ ਹੈਲਪ ਟੂ ਅਟਰੈਕਟ ਦਾ ਕਸਟਮਰ। ਦੇਖੋ, ਅੱਜ ਦੇ ਮਾਰਕੀਟ ਦੇ ਵਿੱਚ ਉਹੀ ਬੰਦਾ ਸਰਵਾਈਵ ਕਰਦਾ ਹੈ, ਉਹੀ ਬੰਦਾ ਗਰੋ ਕਰਦਾ ਹੈ, ਉਹਦਾ ਹੀ ਪ੍ਰੋਫਿਟ ਜ਼ਿਆਦਾ ਵੱਧਦਾ ਹੈ ਜੋ ਲੋਕਾਂ ਨੂੰ ਨਵੀਆਂ ਚੀਜ਼ਾਂ ਪ੍ਰੋਵਾਈਡ ਕਰਦਾ ਹੈ। ਅਗਰ ਅਸੀਂ ਇਹੀ ਐਗਜ਼ਾਮਪਲ ਫੋਨਸ ਦੇ ਉੱਪਰ ਲਗਾ ਲਈਏ, ਮੋਬਾਈਲ ਫੋਨ ਦੇ ਉੱਪਰ, ਤਾਂ ਕਿਸੇ ਟਾਈਮ ਕੀਪੈਡ ਵਾਲੇ ਫੋਨ ਆਉਂਦੇ ਸੀ। ਉਸ ਤੋਂ ਬਾਅਦ ਕੀ ਹੋਇਆ? ਹੌਲੀ ਅਸੀਂ ਟੱਚ ਪੈਡ ਵਾਲੇ ਫੋਨ ਯੂਜ਼ ਕਰਨਾ ਸ਼ੁਰੂ ਕਰ ਦਿੱਤੇ। ਔਰ ਉਹਨਾਂ ਦੇ ਵਿੱਚ ਵੀ ਹੁਣ ਕੀ ਆ, ਐਡਵਾਂਸਮੈਂਟ ਜ਼ਿਆਦਾ ਆ ਰਹੀ ਹੈ। ਲੇਕਿਨ ਆਉਂਦੇ ਟਾਈਮ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਐਡਵਾਂਸ ਹੋ ਜਾਣੇ ਆ। ਅੱਜ ਤੋਂ ਤੁਸੀਂ 10 ਸਾਲ ਬੈਕ ਚਲੇ ਜਾਓ, ਜਿਹੜੇ ਉਦੋਂ ਟੱਚ ਫੋਨ ਯੂਜ਼ ਹੁੰਦੇ ਸੀ ਅੱਜ ਉਹਨਾਂ ਨੂੰ ਕੋਈ ਹੱਥ ਵੀ ਨਹੀਂ ਲਗਾਉਂਦਾ। ਅੱਜ ਕੀ ਆ, ਉਸ ਤੋਂ ਵੀ ਲੇਟੈਸਟ ਟੈਕਨੀਕ ਯੂਜ਼ ਹੋ ਰਹੀ ਹੈ। ਹੁਣ ਅੱਗੇ ਜਾਵਾਂਗੇ ਤਾਂ ਉਸ ਤੋਂ ਵੀ ਐਡਵਾਂਸ ਟੈਕਨੀਕਸ ਆ ਜਾਣਗੀਆਂ। ਠੀਕ ਹੈ ਨਾ। ਸੋ ਇਸ ਕਰਕੇ ਇਹ ਬਿਜ਼ਨਸ ਦਾ ਇੱਕ ਆਬਜੈਕਟ ਬਣ ਜਾਂਦਾ ਹੈ ਕਿ ਉਹ ਨਵੀਆਂ ਟੈਕਨੀਕਾਂ ਜਿਹੜੀਆਂ ਨੇ ਪ੍ਰੋਡਕਸ਼ਨ ਦੇ ਲਈ ਯੂਜ਼ ਕਰੇ, ਔਰ ਨਵੇਂ ਪ੍ਰੋਡਕਟ ਜਿਹੜੇ ਹੈ, ਨਵੀਂ ਟੈਕਨੀਕ ਦੇ ਪ੍ਰੋਡਕਟ ਹੈ, ਉਹਨਾਂ ਦੀ ਪ੍ਰੋਡਕਸ਼ਨ ਕਰੇ ਔਰ ਉਸ ਨੂੰ ਮਾਰਕੀਟ ਦੇ ਵਿੱਚ ਸਪਲਾਈ ਕਰੇ, ਸੋ ਦੈਟ ਕਿ ਉਹਦੇ ਪ੍ਰੋਡਕਟ ਦੀ ਤਰਫ, ਉਸ ਕੰਪਨੀ ਦੀ ਤਰਫ ਕਸਟਮਰ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਅਟਰੈਕਟ ਹੋਵੇ। ਨੈਕਸਟ ਹੈ ਜੀ ਆਪਣਾ ਮਾਰਕੀਟਿੰਗ ਇੰਪਰੂਵਮੈਂਟ। ਇਹ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਅਸੀਂ ਗਰੋਥ ਕਰਨੀ ਹੈ ਆਪਣੀ, ਅਸੀਂ ਪ੍ਰੋਫਿਟ ਨੂੰ ਕਮਾਉਣਾ ਹੈ, ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਰਕੀਟਿੰਗ ਦੇ ਵਿੱਚ ਇੰਪਰੂਵਮੈਂਟ ਕਰੀਏ। ਤਾਂ ਉਹ ਕਿਵੇਂ ਕੀਤੀ ਜਾਊਗੀ? ਆਲਵੇਜ਼ ਟਰਾਈ ਟੂ ਇੰਪਰੂਵ ਮਾਰਕੀਟ ਸ਼ੇਅਰ ਆਫ ਦਾ ਪ੍ਰੋਡਕਟ। ਅਸੀਂ ਪ੍ਰੋਡਕਟ ਦੇ ਮਾਰਕੀਟ ਸ਼ੇਅਰ ਨੂੰ ਵਧਾਉਣਾ ਹੈ। ਪਿਛਲੇ ਲੈਕਚਰ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਮਾਰਕੀਟ ਸ਼ੇਅਰ ਕਿਸ ਨੂੰ ਕਿਹਾ ਜਾਂਦਾ ਹੈ।
अगर 100 करोड़ ਦੀਆਂ ਕਾਰਾਂ ਜਿਹੜੀਆਂ ਨੇ 1 ਮਹੀਨੇ ਦੇ ਵਿੱਚ ਵਿਕਦੀਆਂ ਨੇ ਤਾਂ ਉਸ 100 ਕਰੋੜ ਦੇ ਵਿੱਚ ਮਾਰੂਤੀ ਦੀ ਕਾਰ ਕਿੰਨੀ ਵਿਕਦੀ ਹੈ। ਔਰ ਅਗਰ 10 ਬ੍ਰਾਂਡ ਹੈ ਮਾਰਕੀਟ ਦੇ ਵਿੱਚ ਤਾਂ 100 ਕਰੋੜ ਦਾ ਮਤਲਬ ਕਿ ਹਰੇਕ ਬ੍ਰਾਂਡ ਨੂੰ 10 ਕਰੋੜ ਦੀ ਸੇਲ ਆਉਂਦੀ ਹੈ। डिवाइड कर दी है सी 10 ब्रांड है 10 करोड़ की ब्रांड एक ब्रांड सेल करूगा तो टोटल जोड़े है 10 ब्रांड वो किन्ने दी सेल करनगे 100 करोड़ की सेल करनगे। बट जदों ये चीज़ को एनालाइज किया गया तो यह पता लग्या कि कली मारुति जी है वो कली 20 करोड़ की सेल कर रही है। यदा मतलब जोड़ा 10 वो हिस्से का आंदा सी उन्हें उस तो टपाती तो इट मीनस वो मार्केट शेयर की हो गया ज़्यादा हो गया। और जदों इसनों बाकियां नाल एनालाइज किया तो किसी का 10 रह गया, किसी का 8 रह गया, किसी का 5 रह गया, किसी का 15 रह गया, लेकिन 20 नहीं किसी का होया। तो इट मीनस जिसने 20 कर दिता वह मार्केट शेयर की हो गया ज़्यादा हो गया। इसनों मार्केट शेयर कहा जाता है। सो असी भी ये ट्राई करनी है कि असी अपने प्रोडक्ट के विच इस तरह इनोवेशनस करिए, नवीं नवीं चीज़ां लैके आइए कि जदों भी बंदा किसी भी चीज़ की डिमांड कर रहा तो उत्थे उहदी पहली चॉइस की है साडा ब्रांड होवे। जिवें अगर असी फोन लैन चले जाते हैं तो शायद साडे दिमाग दे विच जिहड़ा फस्ट ब्रांड है वो आईफोन होवे, क्योंकि सानू उहदे विच पता है कि टैकनीक जिहड़ी है वो बैटर मिल जाती है, सिक्योरिटी फीचर्स बैटर मिल जाते हैं। इस करके की है सानू वो चीज़ बैटर लगती है क्योंकि कंपनी ने उसदे विच इनोवेशनस कीतियां। इस करके जदों असीं इनोवेशनस करते हैं तो यह हैल्प करती है कि असीं अपना मार्केट शेयर जिहड़ा है वधा दिंदे। जदों असीं देखो प्रोडक्ट की टैकनीक नवीं लिआंदी उहदे विच इनोवेशनस कर दित्तियां, मार्केट शेयर साडा बैटर हो गया, तो इन्हां सारिਆਂ ਦੇ ਨਾਲ की होऊगा साडे मार्केटिंग दे सारे कंसैप्ट दे विच इंप्रूवमेंट आ जाएगी। मार्केटिंग किया किनूं जांदा है? पहला कस्टमर की नीड नूं समझना, उहदे मुताबिक प्रोडक्शन करना, फिर सेल करनी, फिर की है नाल गुड रिलेशनस भी मेनटेन करने आ। मतलब असी कस्टमर्स दे नाल रिलेशनस बना के रखने, उन्हां तो फीडबैक लैंदे रहना, उन्हां नूं सर्विस प्रोवाइड करनी है। यह है मार्केटिंग। जदों असी मार्केटिंग इंप्रूवमेंट करते हैं तो सानू ये सारे फंक्शनस च इंप्रूवमेंट करनी पऊगी। पहला कस्टमर की नीड नूं समझना पऊगा, उहदे मुताबिक प्रोडक्शन करनी पऊगी, सेल करन तो बाद असी कस्टमर नूं सर्विसेज प्रोवाइड करांगे। सो इहदे नाल साडी मार्केटिंग इंप्रूवमेंट जिहड़ी है कॉन्टीन्यूसली हुंदी रहिंदी है। हुण इस नूं अचीव कर लिया तो फिर साडा की एक ऑब्जैक्ट आ गया कि ऑप्टिमम यूटिलाइजेशन ऑफ रिसोर्सिस। देखो ऑप्टिमम का की मतलब होंदा बिल्कुल सही यूज़ करना। किस चीज़ की यूटिलाइजेशन कर रहे हैं असी? रिसोर्सिस की। रिसोर्सिस की होंगे? रिसोर्सिस ऑफ प्रोडक्शन, जिहदी मैं गल कीती सी कि वो मैन भी है, मतलब लेबर है साडी, वो मनी है, वो लैंड है, वो बाकी जिहड़ा मटीरियल आंदा रॉ मटीरियल वगैरह वाटर भी इहदे विच आ जांदा है कि वो सारियां चीज़ां दी असी सही यूज़ करना है। क्योंकि ये जिहड़े रिसोर्सिस है स्केयर है, मतलब ये अनलिमिटेड नहीं है, ये स्केयर ने, ये लिमिटेड है और कदे ना कदे इन्होंने खत्म हो जाना। देखो असी पानी की गल कर लीए कि अगर पानी भी असी यूज़ कर रहे हैं साडे प्रोडक्शन च तो उन्होंने भी इस तरीके नाल यूज़ करिए कि उसकी वेस्टेज ना होवे। कुछ चीज़ां ठीक है सानू फ्री मिलदियां, लेकिन कुछ चीज़ां सानू पैसा दे के मिलदियां। अगर साडे कोल पैसा है तो इट डजन मीन कि असी उसनू ओवर स्टॉकिंग करके असी उहनूं खराब करना शुरू कर दईए, क्योंकि कदे ना कदे वो चीज़ जाके खराब होनी है। देखो अगर असी कहीए कि असी गत्ता या पेपर बनाने की एक मिल खोली हुई है और सानू लक्कड़ जिहड़ी आ वो दरख्तां तो मिलती है और खरीदण लई साडे कोल पैसे भी हैगे आ, बट इट डजन मीन कि असी उहनूं लै के इस तरह वेस्ट कर दईए, क्योंकि वो लक्कड़ आऊगी तो उहदे लई दरख्त कट्टने पैणगे तो एनवायरनमेंट खराब हुंदा, तो असी किते ना किते सोसाइटी नूं खराब भी कर रहे हैं। सो इस करके साडा एक ऑब्जैक्ट ये बन जाता है कि जिन्ने भी रिसोर्सिस है असी उसका सही यूज़ करिए तां जो ऑर्गेनाइजेशन का जो पैसा वो लग्या होया वो किते वेस्ट ना होवे। क्लीयर? क्योंकि असी ऑर्गेनाइजेशनल ऑब्जैक्ट कर रहे हैं, असी सोसाइटी दे नहीं कर रहे, सोशल नहीं कर रहे। आपां वो करांगे तो उत्थे भी ये पॉइंट आऊगा, लेकिन किसी होर तरीके नाल आऊगा। सो इत्थे पॉइंट की बोल रहा कि असी रिसोर्सिस नूं इस तरीके नाल यूज़ करना है कि असी उहदे विच वेस्टेज ऑफ मनी ना करिए। इहदे नाल साडी की होगी? कॉस्ट घटूगी। कॉस्ट घटूगी तो साडा प्रॉफिट ऑटोमैटिकली बढ़ जाएगा। हाँ जी, नैक्सट पॉइंट है अपना कॉन्टीन्यूअस सप्लाई ऑफ प्रोडक्ट इन द मार्केट एंड अवॉइड ब्लैक मार्केटिंग। देखो इत्थे असी की है कि असी साडी एक जिम्मेवारी बनती है कि असी अपना स्टॉक जिहड़ा है कॉन्टीन्यूअसली मार्केट दे विच सप्लाई करते रहिए, और जिहदे नाल की होऊगा मार्केट दे विच जिहड़े रेट है वो स्टेबल रहणगे।
और जो प्राइसिस स्टेबल रहणगे ओबवियसली साडी गुडविल भी अच्छी होगी उहदे नाल, ठीक है। और साडी जिहड़ी सोसाइटी है उस दे डिमांड दे विच भी ये चीज़ का फर्क नहीं पऊगा। इकनॉमिकल जिहड़ी मार्केट है ओवरऑल वो भी स्टेबल रहिंदी है जे किसी चीज़ की लगातार सप्लाई मार्केट दे विच हुंदी रहे तां। नैक्सट है जी परसोनल डिवेलपमेंट। हुण ये है ऑर्गेनाइजेशन दे रिलेटेड कि जिहड़े साडे कोल साडे वर्करस काम करदे आ असीं उहनां दी डिवेलपमेंट दे बारे भी सोचना है। उहनां दी डिवेलपमेंट असीं किवें सोचांगे, उहनां नूं लगातार असीं ट्रेनिंग्स प्रोवाइड करनी है, उहनां नूं असीं लगातार मोटिवेशन दिंदे रहना है और उहनां नूं असीं जिहड़ा है उहनां दे विचकार हारमोनीअस रिलेशन जिहड़ा है वो मेनटेन करके रखना है। हारमोनीअस रिलेशन किहनूं कहा जाता है, जिहनूं असीं कहने गुड रिलेशन, पॉजिटिव रिलेशन, फ्रेंडली रिलेशनस, कि ऑर्गेनाइजेशन दे विच उहनां दे विचकार और जो मैनेजमेंट दा अपने वर्कर नाल जो रिलेशन है वो भी हारमोनीअस होना चाहिए और वो भी पॉजिटिव होना चाहिए। सो ये साडे सी 8 पॉइंट जिहदे विच सानूं दस्सिया गया कि ऑर्गेनाइजेशन दे रिलेटेड साडी मैनेजमेंट दे की ऑब्जैक्टिव है। नैक्सट है अपने सोशल ऑब्जैक्टिव। हुण सोशल ऑब्जैक्टिव जिहड़े होणगे ये टुवर्ड द सोसाइटी होणगे। हुण इत्थे की लिखिया गया, दीज आर द बेसिकली डील विद द ऑब्लीगेशन ऑफ द बिजनेस टुवर्ड द सोसाइटी। कॉरपोरेट सोशल रिस्पॉन्सिबिलिटीज़ नूं कहा जाता है, ਉਹਦੇ अंदर सारे पॉइंट डिस्कस हो जाते हैं कि बिजनेस की सोशल रिस्पॉन्सिबिलिटी की है, वही साडे ऑब्जैक्टिव्स ने। बिकॉज बिजनेस इज़ अ पार्ट ऑफ सोसाइटी एंड सोसाइटी इज़ अ पार्ट ऑफ बिजनेस। सोसाइटी कंज्यूम वट अ बिजनेस प्रोड्यूस। जो असी प्रोड्यूस करांगे सोसाइटी उसनूं कंज्यूम करूगी। सो इस करके साढ़े कुछ ऑब्जैक्टिव होणगे सोसाइटी की तरफ। वो किहड़े ऑब्जैक्टिव होणगे वो असीं देखते हैं वन बाय वन। फस्ट की है, सप्लाई क्वालिटी गुड्स एट अ रीजनेबल प्राइस। ऑलरेडी डिस्कस कर चुके सी इस पॉइंट नूं कि साडी एक जिम्मेवारी बनती है, साडा एक ऑब्जैक्ट बनता है सोसाइटी की तरफ की कि असीं गुड क्वालिटी जिहड़े प्रोडक्ट है उसनूं प्रोड्यूस करके सोसाइटी दे अंदर भेजीए और उहदा प्राइस जो है उसनूं भी असीं रीजनेबल रखना है। हायर प्राइस के उपर उसनूं बेचण की असीं कोशिश नहीं करनी। ज़्यादा तो ज़्यादा प्राइस चार्ज करने की कोशिश करांगे तो उहदे नाल की होऊगा, साडा प्रोडक्ट बहुत ज़्यादा कॉस्टली हो जाऊगा और इकनॉमिक इनबैलेंस जिहड़ा है सोसाइटी के अंदर वो वधना शुरू हो जाऊगा। सो इस करके असीं इस योगदान पाना है कि साडा की है कि क्वालिटी गुड्स, अच्छी क्वालिटी दी गुड्स असीं बनानी है और सोसाइटी दे विच असीं उसनूं लगातार सप्लाई दे के रीजनेबल प्राइस के उपर बेचना है। सैकेंड पॉइंट की है, क्रिएटिंग इंपलॉयमेंट अपॉर्चुनिटीज़। हुण जदों असीं ऑर्गेनाइजेशनल ऑब्जैक्टिव च कीता सी कि साडे कोल साडी ग्रोथ होनी चाहिए है, साडी डिवेलपमेंट होनी चाहिए है, साडे प्रॉफिट भी सफिशेंट होने चाहिए है। जदों सारा कुछ पॉजिटिव होऊगा तो सानूं ऑटोमैटिकली नਵੇਂ वर्करस की लोड़ पऊगी और यह जिम्मेवारी है एक ऑर्गेनाइजेशन की कि वो सोसाइटी दे विच लोकां नूं नवां रोजगार जिहड़ा है वो प्रोवाइड करे, इंपलॉयमेंट अपॉर्चुनिटीज़ क्रिएट करे। सो ये किवें होऊगा सारा कुछ कि जदों असीं अपनी ग्रोथ करांगे तो उहदे लई सानूं अपनी ग्रोथ पहलां करनी पैनी है, तां ही असीं नवीआं अपॉर्चुनिटीज़ जिहड़ियां ने मार्केट च क्रिएट कर सकते हैं। हुण ये पॉइंट बड़ा सिंपल है कि ये ऑब्जैक्ट है मैनेजमेंट का कि वो सोसाइटी नूं काम करन दे जिहड़े मौके है वो प्रोवाइड करे, गिवन अपॉर्चुनिटी टू ज्वाइन द ऑर्गेनाइजेशन। ठीक है जी। नैक्सट पॉइंट है अपना जनरेशन ऑफ इकनॉमिक वैल्थ। असी इकनॉमिक वैल्थ भी जनरेट करनी है और वो किवें होऊगी। देखो पहला स्टार्ट किया यूजेस ऑफ स्केयर नैचुरल रिसोर्सिस। असी उन्हां नूं यूज़ करते हैं जिहड़े कि स्केयर है, जिहड़े कि लिमिटेड है, कदे ना कदे खत्म हो जाने हैं। वो नैचुरल रिसोर्सिस है सारे, वो च पानी आ जाता, सारा मटीरियल जो असी यूज़ करते हैं नेचर तो ही सानूं मिलता कितों ना कितों। तो प्रोडक्शन करते हैं असी गुड्स की और उन्होंने असी लगातार सप्लाई करते हैं मार्केट दे विच इन सच अ वे दैट इंप्रूवमेंट द इकनॉमिक वैल्थ एंड अवॉइड अनफेयर ट्रेड प्रैक्टिसिस। असी उन्होंने इस तरह लगातार सप्लाई उहदी करते रहना है कि मार्केट च ऐसियां कंडीशनस ना पैदा होण कि इकनॉमिक इनबैलेंस शुरू हो जाए। और वो किवें हुंदी है, जदों असी ब्लैक मार्केटिंग करते हैं, समान नूं अपने कोल रोकना शुरू कर दिंदे हैं तो उहदे नाल की होऊगा, मार्केट दे विच डिमांड एज इट इज़ मौजूद है लेकिन की होया, सप्लाई घट गई तो उहदे प्राइसिस की कर जाणगे, हाइक कर जाणगे, प्राइसिस वध जाणगे उसदे।
ਔਰ ਪ੍ਰਾਈਸਿਸ ਵਧਣ ਦੇ ਨਾਲ ਕੀ ਹੈ ਕਿ ਉਹ ਜਿਹੜੀ ਲੋਅਰ ਲੈਵਲ ਜਿਹੜੀ ਸਾਡੀ ਕਮਿਊਨਿਟੀ ਹੈ ਉਹਨਾਂ ਦੇ ਉਹ ਚੀਜ਼ ਹੱਥ 'ਚੋਂ ਬਾਹਰ ਹੋ ਜਾਏਗੀ, ਮਤਲਬ ਉਹ ਚੀਜ਼ ਉਸਨੂੰ ਪਰਚੇਜ਼ ਨਹੀਂ ਕਰ ਪਾਉਣਗੇ। ਤਾਂ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਇਕਨੋਮਿਕ ਵੈਲਥ ਜਿਹੜੀ ਹੈ ਇੱਥੇ ਕ੍ਰੀਏਟ ਕਰੀਏ, ਅਸੀਂ ਲੋਕਾਂ ਦੀ ਇਕਨੋਮਿਕ ਜਿਹੜੀ ਪਰਚੇਜ਼ਿੰਗ ਪਾਵਰ ਹੈ ਜਿਹੜੀ ਉਸ ਨੂੰ ਅਸੀਂ ਮੇਨਟੇਨ ਰੱਖੀਏ। ਔਰ ਇਹ ਚੀਜ਼ਾਂ ਕਿਵੇਂ ਹੋਣਗੀਆਂ? ਰਿਸੋਰਸਿਸ ਨੂੰ ਸਹੀ ਯੂਜ਼ ਕਰਨਾ ਹੈ, ਅੱਛੀਆਂ ਚੀਜ਼ਾਂ ਦੀ ਪ੍ਰੋਡਕਸ਼ਨ ਕਰਨੀ ਹੈ, ਉਹਨਾਂ ਨੂੰ ਕੰਟੀਨਿਊਸਲੀ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਰਹਿਣਾ ਹੈ, ਔਰ ਜਿਸ ਦੇ ਨਾਲ ਇਕਨੋਮਿਕ ਵੈਲਥ ਜਿਹੜੀ ਹੈ ਉਹ ਕੀ ਹੋ ਜਾਊਗੀ? ਇੰਪਰੂਵ ਹੋ ਜਾਏਗੀ ਆਟੋਮੈਟਿਕਲੀ। ਹਾਂਜੀ, ਨੈਕਸਟ ਪੁਆਇੰਟ ਹੈ ਸਾਡਾ ਯੂਜ਼ ਆਫ ਇਨਵਾਇਰਮੈਂਟ ਫਰੈਂਡਲੀ ਮੈਥਡ ਆਫ ਪ੍ਰੋਡਕਸ਼ਨ। ਬੜੀ ਆਮ ਜੀ ਗੱਲ ਹੈ ਇਹ ਕਿ ਬਿਜ਼ਨਸ ਜਿਹੜੇ ਹੈ ਉਹ ਇੱਕ ਕਾਰਨ ਬਣੇ ਹੋਏ ਆ ਅੱਜ ਦੇ ਟਾਈਮ ਦੇ ਵਿੱਚ ਕਿ ਜਿਹਦੇ ਨਾਲ ਕੀ ਹੈ ਇੱਕ ਜਿਹੜਾ ਇਨਵਾਇਰਮੈਂਟ ਹੈ ਉਹ ਪੋਲਿਊਟ ਹੋਇਆ ਹੈ। ਔਰ ਇੱਥੇ ਸਾਡਾ ਇੱਕ ਆਬਜੈਕਟ ਬਣਦਾ ਮੈਨੇਜਮੈਂਟ ਦਾ, ਕੀ ਬਣਦਾ ਹੈ ਕਿ ਅਸੀਂ ਐਸੇ ਫਰੈਂਡਲੀ ਮੈਥਡ ਯੂਜ਼ ਕਰੀਏ ਪ੍ਰੋਡਕਸ਼ਨ ਕਰਨ ਦੇ ਲਈ ਜਿਨ੍ਹਾਂ ਦੇ ਨਾਲ ਇਨਵਾਇਰਮੈਂਟ ਜਿਹੜਾ ਹੈ ਉਹ ਘੱਟ ਤੋਂ ਘੱਟ ਪੋਲਿਊਟ ਹੋਵੇ, ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖ ਸਕਦੇ ਹਾਂ ਕਿ ਅਸੀਂ ਜੋ ਵੇਸਟੇਜ ਆਫ ਵਾਟਰ ਹੈ ਉਹ ਅਸੀਂ ਸਹੀ ਤਰੀਕੇ ਨਾਲ ਕਰਨੀ ਹੈ। ਹਜ਼ਾਰਡ ਕੈਮੀਕਲ ਜਿਹੜੇ ਸਾਡੇ ਨਿਕਲਦੇ ਆ, ਜਿਹੜੇ ਕਿਸੇ ਦੀ ਜਾਨ ਦੇ ਲਈ ਖਤਰਾ ਬਣ ਸਕਦੇ ਆ, ਕਿਸੇ ਦੀ ਬਾਡੀ ਦੇ ਲਈ ਫਿਜ਼ੀਕਲ ਹਾਰਮਨੈਸ ਕਰ ਸਕਦੇ ਆ, ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਜਿਹੜਾ ਹੈ ਡਿਸਟਰੋਏ ਕਰਨਾ। ਅਗਰ ਧੂੰਆਂ ਨਿਕਲਦਾ ਹੈ ਤਾਂ ਧੂੰਆਂ ਸਾਡਾ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਇੱਥੋਂ ਆਊਟ ਹੋਣਾ ਚਾਹੀਦਾ ਤਾਂ ਜੋ ਇਨਵਾਇਰਮੈਂਟ ਦੇ ਵਿੱਚ ਨਾ ਫੈਲੇ ਔਰ ਜਿਸ ਦੇ ਨਾਲ ਕਿ ਪੋਲਿਊਸ਼ਨ ਜ਼ਿਆਦਾ ਨਾ ਹੋਵੇ। ਕਲੀਅਰ? ਇਸ ਤਰੀਕੇ ਨਾਲ ਅਸੀਂ ਇਨਵਾਇਰਮੈਂਟ ਫਰੈਂਡਲੀ ਜਿਹੜੇ ਮੈਥਡਸ ਹੈ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਕਲੀਅਰ ਹੈ ਜੀ? ਨੈਕਸਟ ਮੈਥਡ ਹੈ ਸਾਡੇ ਕੋਲ, ਨੈਕਸਟ ਪੁਆਇੰਟ ਹੈ ਪ੍ਰੋਵਾਈਡ ਸੋਸ਼ਲ ਫੈਸਿਲਿਟੀਜ਼ ਟੂ ਦ ਸੋਸਾਇਟੀ। ਕਿਹੜੀਆਂ ਫੈਸਿਲਿਟੀਜ਼ ਅਸੀਂ ਪ੍ਰੋਵਾਈਡ ਕਰਨੀਆਂ ਨੇ? ਜਿਹਦੇ ਅੰਦਰ ਆ ਜਾਂਦਾ ਹੈ ਕਿ ਅਸੀਂ ਐਜੂਕੇਸ਼ਨਲ ਫੈਸਿਲਿਟੀਜ਼ ਪ੍ਰੋਵਾਈਡ ਕਰ ਸਕਦੇ ਹਾਂ, ਅਸੀਂ ਹੈਲਥ ਦੇ ਰਿਗਾਰਡਿੰਗ ਕੁਝ ਪ੍ਰੋਵਾਈਡ ਕਰ ਸਕਦੇ ਹਾਂ, ਅਸੀਂ ਰੋਡ ਦੇ ਰਿਗਾਰਡਿੰਗ ਕੁਝ ਪ੍ਰੋਵਾਈਡ ਕਰ ਸਕਦੇ ਹਾਂ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ, ਅਸੀਂ ਲੋਕਾਂ ਨੂੰ ਹੈਲਥ ਦੇ ਪ੍ਰਤੀ ਅਵੇਅਰ ਕਰਨਾ ਹੈ, ਜਾਂ ਅਸੀਂ ਜਿਹੜੇ ਟੁੱਟੀਆਂ ਹੋਈਆਂ ਸੜਕਾਂ ਹੈ ਉਹਨਾਂ ਨੂੰ ਦੁਬਾਰਾ ਬਣਾ ਸਕਦੇ ਹਾਂ। ਸੋ ਇਹ ਵੀ ਸਾਡਾ ਇੱਕ ਆਬਜੈਕਟ ਹੋਣਾ ਚਾਹੀਦਾ ਹੈ। ਇਹ ਪੁਆਇੰਟ ਵੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਅੰਡਰ ਆਉਂਦਾ। ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਰੇ ਪੁਆਇੰਟ ਜਿਹੜੇ 7 ਦੇ 7 ਪੁਆਇੰਟ ਹੈ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਅੰਦਰ ਐਕਸਪਲੇਨ ਕੀਤੇ ਜਾ ਸਕਦੇ ਆ। ਠੀਕ ਹੈ ਜੀ। ਨੈਕਸਟ ਸਾਡੇ ਕੋਲ ਪੁਆਇੰਟ ਹੈ ਸਾਡਾ, ਹਾਂਜੀ ਨੈਕਸਟ ਪੁਆਇੰਟ ਹੈ ਆਪਣਾ ਪ੍ਰੋਵਾਈਡ ਫਾਈਨੈਂਸ਼ੀਅਲ ਸਪੋਰਟ ਟੂ ਦ ਸੋਸਾਇਟੀ। ਅਸੀਂ ਸੁਸਾਇਟੀ ਨੂੰ ਦੇਖੋ ਕਿੰਨੇ ਬੈਨੀਫਿਟ ਪ੍ਰੋਵਾਈਡ ਕਰ ਦਿੱਤੇ ਹੈ ਤੱਕ। ਅਸੀਂ ਅੱਛੀ ਕੁਆਲਿਟੀ ਦਾ ਸਮਾਨ ਪ੍ਰੋਵਾਈਡ ਕੀਤਾ, ਅਸੀਂ ਇੰਪਲੋਇਮੈਂਟ ਓਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ, ਅਸੀਂ ਉਹਨਾਂ ਨੂੰ ਇਕਨੋਮਿਕ ਵੈਲਥ ਦੇ ਵਿੱਚ ਵਾਧਾ ਕਰਨ 'ਚ ਹੈਲਪ ਕੀਤੀ, ਅਸੀਂ ਇਨਵਾਇਰਮੈਂਟ ਫਰੈਂਡਲੀ ਮੈਥਡ ਵੀ ਯੂਜ਼ ਕੀਤੇ ਪ੍ਰੋਡਕਸ਼ਨ ਕਰਨ ਦੇ ਲਈ। ਉਸ ਤੋਂ ਬਿਨਾਂ ਅਸੀਂ ਉਹਨਾਂ ਨੂੰ ਹੋਰ ਸੋਸ਼ਲ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਲਾਈਕ ਐਜੂਕੇਸ਼ਨ। ਬੱਚਿਆਂ ਨੂੰ ਫ੍ਰੀ ਅਸੀਂ ਸਕੂਲ ਖੋਲ੍ਹ ਕੇ ਦੇ ਦਿੱਤਾ ਕਿ ਜਿੱਥੇ ਬੱਚੇ ਫ੍ਰੀ ਐਜੂਕੇਸ਼ਨ ਲੈਂਦੇ ਆ। ਅਸੀਂ ਉਹਨਾਂ ਦੀ ਹੈਲਥ ਦੇ ਪ੍ਰਤੀ ਕੈਂਪ ਲਗਾਏ ਜਿੱਥੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਹੈਲਥ ਪ੍ਰਤੀ ਅਵੇਅਰ ਵੀ ਕੀਤਾ। ਅਸੀਂ ਉਹਨਾਂ ਦੇ ਲਈ ਰੋਡ ਵਗੈਰਾ ਬਣਾ ਸਕਦੇ ਹਾਂ ਜਿਹੜੇ ਵਿਲੇਜ ਸਾਈਡ ਹੈ ਜਿੱਥੇ ਕਿ ਕਨੈਕਟੀਵਿਟੀ ਉਹਨਾਂ ਦੀ ਰੋਡ ਦੇ ਨਾਲ ਨਹੀਂ ਹੈਗੀ। ਇਸ ਤੋਂ ਬਿਨਾਂ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਵੀ ਪ੍ਰੋਵਾਈਡ ਕਰ ਸਕਦੇ ਹਾਂ। ਜਦੋਂ ਕਿ ਇਕਨੋਮਿਕ ਕ੍ਰਾਈਸਿਸ ਆ ਜਾਂਦੇ ਆ, ਇਕਨੋਮਿਕ ਕ੍ਰਾਈਸਿਸ ਜਿਵੇਂ ਕਿ ਕਿਤੇ ਫਲੱਡ ਆ ਜਾਣੇ ਜਿੱਥੋਂ ਕਿ ਉਹਨਾਂ ਦਾ ਕਾਰੋਬਾਰ ਬਿਲਕੁਲ ਬੰਦ ਹੋ ਜਾਂਦਾ, ਠੱਪ ਹੋ ਜਾਂਦਾ ਹੈ, ਜਿਵੇਂ ਕਿ ਇਸ ਟਾਈਮ ਕਰੋਨਾ ਵਾਇਰਸ ਫੈਲਿਆ ਹੋਇਆ, ਇਹਦੇ ਕਰਕੇ ਲੋਕਡਾਊਨ ਹੈ, ਲੋਕਡਾਊਨ ਹੋਣ ਕਰਕੇ ਸਾਰੇ ਦੇ ਸਾਰੇ ਕਾਰੋਬਾਰ ਬੰਦ ਹੈ, ਬਿਜ਼ਨਸ ਠੱਪ ਹੋਏ ਹੋਏ ਆ। ਤਾਂ ਐਸੇ ਟਾਈਮ ਦੇ ਅੰਦਰ ਅਸੀਂ ਲੋਕਾਂ ਦੀ ਇਕਨੋਮਿਕ ਜਿਹੜੀ ਹੈ ਹੈਲਪ ਵੀ ਕਰ ਸਕਦੇ ਹਾਂ। ਅਸੀਂ ਉਹਨਾਂ ਨੂੰ ਪੈਸੇ ਦੇ ਸਕਦੇ ਹਾਂ ਥੋੜ੍ਹੇ ਬਹੁਤ, ਜਿਹਦੇ ਨਾਲ ਕਿ ਉਹ ਆਪਣੀਆਂ ਰੋਜ਼ਮਰਰਾ ਦੀਆਂ ਜਿਹੜੀਆਂ ਜ਼ਰੂਰਤਾਂ ਉਸ ਨੂੰ ਪੂਰਾ ਕਰ ਸਕਣ। ਸੋ ਇਕਨੋਮਿਕ ਜਿਹੜੀ ਹੈਲਪ ਹੈ ਇਹ ਵੀ ਅਸੀਂ ਫਾਈਨੈਂਸ਼ੀਅਲ ਸਪੋਰਟ ਸੁਸਾਇਟੀ ਦੀ ਕਰ ਸਕਦੇ ਹਾਂ। ਨੈਕਸਟ ਹੈ ਬੀ ਓਨੈਸਟ ਟੂਵਰਡ ਦਾ ਸਟੇਕ ਹੋਲਡਰ। ਸਟੇਕ ਹੋਲਡਰ ਵੀ ਸੁਸਾਇਟੀ ਦਾ ਹੀ ਪਾਰਟ ਹੁੰਦੇ ਆ। ਸਟੇਕ ਹੋਲਡਰ ਕੌਣ ਹੈ? ਜਿਸ ਦਾ ਬਿਜ਼ਨਸ ਦੇ ਵਿੱਚ ਡਾਇਰੈਕਟਲੀ ਇਨਡਾਇਰੈਕਟਲੀ ਕੋਈ ਹਿੱਤ ਜੁੜਿਆ ਹੋਇਆ ਹੈ। ਦੇਖੋ ਹਿੱਤ ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਹੈ ਕਿ ਸਟੇਕ ਹੋਲਡਰ ਵਾਈ ਆਈ ਐਮ ਡੂਇੰਗ ਦੈਟ ਬਿਜ਼ਨਸ, ਇਹ ਮੇਰਾ ਹਿੱਤ ਹੈ, ਮੇਰਾ ਇੰਟਰਸਟ ਹੈ ਕਿ ਮੈਂ ਬਿਜ਼ਨਸ ਕਿਉਂ ਕਰ ਰਿਹਾ, ਉਹਦੇ ਪਿੱਛੇ ਮੇਰਾ ਉਹਦੇ ਨਾਲ ਕੀ ਇੰਟਰਸਟ ਜੁੜਿਆ ਹੋਇਆ ਹੈ। ਮਨੀ ਵੀ ਹੋ ਸਕਦੀ ਹੈ, ਮਨੀ ਤੋਂ ਬਿਨਾਂ ਕੁਛ ਹੋਰ ਵੀ ਹੋ ਸਕਦਾ ਹੈ। ਇੱਕ ਬੈਂਕਰ ਦਾ ਬਿਜ਼ਨਸ ਨਾਲ ਕੀ ਇੰਟਰਸਟ ਜੁੜਿਆ ਹੋਇਆ ਕਿ ਉਸਨੇ ਬਿਜ਼ਨਸ ਨੂੰ ਲੋਨ ਦਿੱਤਾ ਹੋਇਆ। ਇੱਕ ਕਸਟਮਰ ਦਾ ਬਿਜ਼ਨਸ ਨਾਲ ਕੀ ਇੰਟਰਸਟ ਜੁੜਿਆ ਹੋਇਆ ਕਿ ਉਸਨੇ ਬਿਜ਼ਨਸ ਦਾ ਪ੍ਰੋਡਕਟ ਜਿਹੜਾ ਹੈ ਉਸਨੂੰ ਯੂਜ਼ ਕਰਨਾ ਹੈ ਜਾਂ ਕੀਤਾ ਹੈ ਜਾਂ ਕਰ ਰਿਹਾ ਹੈ। ਇੱਕ ਇੰਪਲੋਈ ਦਾ ਕੀ ਇੰਟਰਸਟ ਜੁੜਿਆ ਹੋਇਆ ਕਿ ਉਸਨੇ ਬਿਜ਼ਨਸ ਲਈ ਕੰਮ ਕਰਨਾ ਔਰ ਉਹਦੇ ਬਦਲੇ ਉਸਨੇ ਸੈਲਰੀ ਲੈਣੀ ਹੈ। ਠੀਕ ਹੈ। ਇੱਕ ਸ਼ੇਅਰ ਹੋਲਡਰ ਦਾ ਕੀ ਜੁੜਿਆ ਹੋਇਆ ਇੰਟਰਸਟ ਕਿ ਉਸਨੇ ਬਿਜ਼ਨਸ 'ਚ ਪੈਸਾ ਲਗਾਇਆ ਹੋਇਆ ਹੈ। ਸੋ ਇਹ ਸਾਰੇ ਕੌਣ ਹੈ? ਸਟੇਕ ਹੋਲਡਰਸ ਹੈ।
ਜਿਨ੍ਹਾਂ ਦੇ ਨਾਲ ਬਿਜ਼ਨਸ ਦਾ ਕੋਈ ਨਾ ਕੋਈ ਇੰਟਰਸਟ ਜਿਹੜਾ ਹੈ ਉਹ ਜੁੜਿਆ ਹੋਇਆ। ਤਾਂ ਅਸੀਂ ਉਹਨਾਂ ਦੇ ਤਰਫ ਓਨੈਸਟ ਰਹਿਣਾ। ਔਰ ਓਨੈਸਟ ਅਸੀਂ ਕਿਵੇਂ ਰਹਿ ਸਕਦੇ ਹਾਂ? ਬਾਏ ਪ੍ਰੋਵਾਈਡਿੰਗ ਦੈਮ ਰਿਲੇਟਿਵ ਟਰੂ ਐਂਡ ਫੇਅਰ ਇਨਫੋਰਮੇਸ਼ਨ ਰਿਗਾਰਡਿੰਗ ਦੇਅਰ ਇੰਟਰਸਟ, ਕਿ ਉਹਨਾਂ ਦਾ ਜੋ ਇੰਟਰਸਟ ਹੈ ਉਹਨਾਂ ਨੂੰ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਅਸੀਂ ਪ੍ਰੋਵਾਈਡ ਕਰਨੀ ਹੈ। ਔਰ ਉਹ ਇਨਫੋਰਮੇਸ਼ਨ ਕੀ ਹੋਣੀ ਚਾਹੀਦੀ ਹੈ? ਟਰੂ ਐਂਡ ਫੇਅਰ ਹੋਣੀ ਚਾਹੀਦੀ ਹੈ। ਉਹ 'ਚ ਗਲਤੀ ਜਾਂ ਐਰਰ ਜਾਂ ਫਰੋਡ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਅਗਰ ਇਹ ਚੀਜ਼ਾਂ ਹੋਣਗੀਆਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਮੰਨੀ ਜਾਏਗੀ। ਸੋ ਇਹ ਚੀਜ਼ਾਂ ਜਿਹੜੀਆਂ ਹੈ ਇਹ ਬਿਜ਼ਨਸ ਦਾ ਓਬਜੈਕਟ ਹੈ ਟੂਵਰਡ ਦਾ ਸੁਸਾਇਟੀ, ਜਿਸ ਨੂੰ ਕਿ ਅਸੀਂ ਪੂਰਾ ਕਰਨਾ ਹੈ। ਸਾਡੀ ਜ਼ਿੰਮੇਵਾਰੀ ਹੈ, ਇਹ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ, ਸਾਡਾ ਓਬਜੈਕਟ ਹੈ। ਔਰ ਇੱਕ ਮੈਨੇਜਮੈਂਟ ਜਿਹੜੀ ਹੈ, ਦੇਖੋ ਮੈਂ ਕਿਹਾ ਸੀ ਤੁਹਾਨੂੰ ਕਿ ਇੰਪੋਰਟੈਂਸ ਜਾਂ ਐਡਵਾਂਟੇਜ ਇਹ ਕਿਵੇਂ ਹੋ ਸਕਦੀ ਹੈ। ਮੈਨੇਜਮੈਂਟ ਇਹ ਸਾਰਾ ਕੁਝ ਕਰਦੀ ਹੈ ਔਰ ਇਹੀ ਇੰਪੋਰਟੈਂਸ ਵੀ ਹੈ। ਇੰਪੋਰਟੈਂਸ ਟੂਵਰਡ ਦਾ ਸੁਸਾਇਟੀ ਦੇ ਲਈ ਕੀ ਇੰਪੋਰਟੈਂਸ ਹੈ ਉੱਥੇ ਅਸੀਂ ਲਿਖਾਂਗੇ ਕਿ ਮੈਨੇਜਮੈਂਟ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਸਾਰੇ ਸਟੇਕ ਹੋਲਡਰਸ ਨੂੰ। ਐਡਵਾਂਟੇਜ ਬਣ ਗਈ ਉਸਦੀ, ਇੰਪੋਰਟੈਂਸ ਬਣ ਗਿਆ। ਔਰ ਇਹੀ ਹੈ ਕਿ ਪ੍ਰੋਵਾਈਡ ਫਾਈਨੈਂਸ਼ੀਅਲ ਸਪੋਰਟ, ਇਹੀ ਉਸਦੀ ਇੰਪੋਰਟੈਂਸ ਬਣ ਗਈ, ਇਹੀ ਉਸਦੀ ਐਡਵਾਂਟੇਜ ਬਣ ਗਈ। ਔਰ ਅਗਰ ਅਸੀਂ ਕਹੀਏ ਕਿ ਹੈਲਪ ਕਰਦੀ ਹੈ ਫॉर ਜਨਰੇਸ਼ਨ ਇਕਨੋਮਿਕ ਵੈਲਥ, ਤਾਂ ਉਸਦੀ ਕੀ ਬਣ ਗਿਆ? ਇੰਪੋਰਟੈਂਸ ਬਣ ਗਿਆ, ਉਸਦੀ ਐਡਵਾਂਟੇਜ ਬਣ ਗਈ। ਕ੍ਰੀਏਟਿੰਗ ਇੰਪਲੋਇਮੈਂਟ ਓਪਰਚੁਨਿਟੀਜ਼, ਤਾਂ ਉਸਦੀ ਇੰਪੋਰਟੈਂਸ ਬਣ ਗਈ। ਠੀਕ ਹੈ ਨਾ? ਇਹ ਸਾਡੇ ਲਿਖਣ ਦਾ ਤਰੀਕਾ ਹੈ ਕਿ ਅਸੀਂ ਕਿਸ ਤਰ੍ਹਾਂ ਉਸ ਪੁਆਇੰਟ ਨੂੰ ਪ੍ਰੈਜ਼ੈਂਟ ਕਰਦੇ ਹਾਂ। ਕਲੀਅਰ ਹੈ ਜੀ? ਨੈਕਸਟ ਹੈ ਸਾਡੇ ਕੁਝ ਪਰਸਨਲ ਆਬਜੈਕਟ ਵੀ ਹੁੰਦੇ ਆ ਮੈਨੇਜਮੈਂਟ ਦੇ। ਹੁਣ ਇਹ ਪਰਸਨਲ ਆਬਜੈਕਟ ਕਿਹਦੀ ਤਰਫ ਹੋਣਗੇ ਇਹ ਅਸੀਂ ਦੇਖਦੇ ਹਾਂ ਕਿ ਪਰਸਨਲ ਆਬਜੈਕਟਸ ਆਰ ਰਿਲੇਟਡ ਟੂ ਦਾ ਇੰਪਲੋਈਜ਼ ਆਫ ਦਾ ਆਰਗੇਨਾਈਜੇਸ਼ਨ। ਜਿਹੜੇ ਸਾਡੇ ਵਰਕਰ ਹੈ, ਸਾਡੇ ਇੰਪਲੋਈਜ਼ ਨੇ, ਸਾਡੇ ਫੈਲੋ ਬੀਇੰਗਸ ਨੇ, ਸਾਡੇ ਉਹਨਾਂ ਦੀ ਤਰਫ ਵੀ ਕੁਝ ਆਬਜੈਕਟ ਬਣਦੇ ਆ। ਔਰ ਉਹ ਕਿਹੜੇ ਆਬਜੈਕਟ ਹੈ, ਕਿਸ ਤਰ੍ਹਾਂ ਲਿਖਿਆ ਉਹਨਾਂ ਨੂੰ ਕਿ ਮੋਟੀਵੇਟ ਅਤੇ ਸੈਟਿਸਫਾਈ ਕਰਨਾ ਆਪਣੇ ਇੰਪਲੋਈਜ਼ ਨੂੰ ਵਿਲ ਆਲਵੇਜ਼। ਜਦੋਂ ਕਹਿੰਦਾ ਇੱਕ ਜਿਹੜਾ ਇੰਪਲੋਈਜ਼ ਹੈ ਉਹ ਮੋਟੀਵੇਟ ਹੁੰਦਾ ਹੈ ਜਦੋਂ ਉਹ ਸੈਟਿਸਫਾਈ ਹੁੰਦਾ ਆਪਣੀ ਜੌਬ ਤੋਂ, ਆਪਣੇ ਕੰਮ ਤੋਂ, ਆਪਣੀ ਮੈਨੇਜਮੈਂਟ ਤੋਂ, ਆਪਣੀ ਵਰਕ ਪਲੇਸ ਤੋਂ, ਤਾਂ ਉਹ ਕੀ ਕਰਦਾ ਹੈ? ਆਲਵੇਜ਼ ਪਰਫਾਰਮ ਬੈਟਰ ਟੂ ਕੰਟਰੀਬਿਊਟ ਮੈਕਸਿਮਮ ਫॉर द ਬੈਨੀਫਿਟ ਆਫ ਆਰਗੇਨਾਈਜੇਸ਼ਨ। ਅਤੇ ਨਾਲ ਉਹ ਕੀ ਕਰਦਾ ਹੈ? ਮੈਕਸਿਮਮ ਕੰਟਰੀਬਿਊਸ਼ਨ ਦਿੰਦਾ ਆਪਣਾ ਆਰਗੇਨਾਈਜੇਸ਼ਨ ਦੇ ਬੈਨੀਫਿਟ ਦੇ ਲਈ। ਤਾਂ ਸਾਡੇ ਉਹਨਾਂ ਦੀ ਤਰਫ ਕਿਹੜੇ ਕਿਹੜੇ ਆਬਜੈਕਟ ਨੇ? ਤਾਂ ਪਹਿਲਾ ਆਬਜੈਕਟ ਕੀ ਲਿਖਿਆ? ਕੰਪੀਟੀਟਿਵ ਸੈਲਰੀਜ਼। ਦੇਖੋ ਇਹਦੇ ਲਈ ਇੱਥੇ ਬੈਟਰ ਸੈਲਰੀ ਲਿਖਿਆ ਹੋ ਸਕਦਾ ਸੀ, ਗੁੱਡ ਸੈਲਰੀਜ਼ ਵੀ ਲਿਖਿਆ ਹੋ ਸਕਦਾ ਸੀ, ਬਟ ਵਰਡ ਕੰਪੀਟੀਟਿਵ ਕਿਉਂ ਲਗਾਇਆ ਗਿਆ? ਕਿਉਂਕਿ ਇਹ ਸਭ ਤੋਂ ਆਥੈਂਟਿਕ ਵਰਡ ਹੈ ਕਿ ਉਹਨਾਂ ਨੂੰ ਸੈਲਰੀਜ਼ ਗੁੱਡ ਨਹੀਂ ਦੇਣੀਆਂ। ਸਾਰਿਆਂ ਨੂੰ ਗੁੱਡ ਦੇ ਦਾਂਗੇ ਤਾਂ ਗਧਾ ਘੋੜਾ ਇੱਕ ਬਰਾਬਰ ਹੋ ਜਾਊਗਾ। ਗਧਾ ਘੋੜਾ ਦਾ ਇੱਥੇ ਕੀ ਮਤਲਬ ਹੈ ਕਿ ਜਿਹੜਾ ਵਰਕਰ ਬਹੁਤ ਜ਼ਿਆਦਾ ਐਫੀਸ਼ੀਐਂਟ ਹੈ ਉਸ ਨੂੰ ਵੀ ਵਧੀਆ ਦੇ ਰਹੇ ਹੋ, ਜਿਹੜਾ ਇਨਐਫੀਸ਼ੀਐਂਟ ਹੈ ਉਸ ਨੂੰ ਵੀ ਵਧੀਆ ਦੇ ਰਹੇ ਹੋ, ਤਾਂ ਫਿਰ ਫਰਕ ਕੀ ਹੋਇਆ ਦੋਨਾਂ ਦੇ ਵਿੱਚ? ਤਾਂ ਅਸੀਂ ਕਰਨਾ ਕੀ ਹੈ? ਕੰਪੀਟੀਟਿਵ ਸੈਲਰੀਜ਼ ਪ੍ਰੋਵਾਈਡ ਕਰਨੀਆਂ ਨੇ। ਜੋ ਵਰਕਰ ਜਿੰਨੇ ਲਈ ਡਿਜ਼ਰਵ ਕਰਦਾ ਉਸ ਨੂੰ ਓਨੀ ਸੈਲਰੀ ਜਿਹੜੀ ਹੈ ਮਸਟ ਬੀ ਪ੍ਰੋਵਾਈਡ ਕਰਨੀ ਚਾਹੀਦੀ ਹੈ। ਗੁੱਡ ਸੈਲਰੀ ਸਕੇਲ ਜਿਹੜਾ ਹੈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਨਾ ਹੈ ਔਰ ਉਹ ਅਕੋਰਡਿੰਗ ਟੂ ਦੇਅਰ ਲੈਵਲ ਆਫ ਪਰਫਾਰਮੈਂਸ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਦੀ ਪਰਫਾਰਮੈਂਸ ਹੈ ਉਸ ਤਰ੍ਹਾਂ ਦੀ ਸੈਲਰੀਜ਼ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਨੀ ਹੈ। ਨੈਕਸਟ ਪੁਆਇੰਟ ਸਾਡਾ ਕੀ ਹੈ? ਓਪਰਚੁਨਿਟੀਜ਼ ਫॉर ਡਿਵੈਲਪਮੈਂਟ। ਅਸੀਂ ਉਹਨਾਂ ਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ ਨੇ। ਓਪਰਚੁਨਿਟੀਜ਼ ਮਤਲਬ ਅਸੀਂ ਉਹਨਾਂ ਨੂੰ ਮੌਕੇ ਪ੍ਰੋਵਾਈਡ ਕਰਨੇ ਆ। ਕਾਹਦੇ ਵਾਸਤੇ? ਉਹਨਾਂ ਦੀ ਡਿਵੈਲਪਮੈਂਟ ਵਾਸਤੇ, ਕਿ ਉਹ ਆਪਣੇ ਆਪ ਦੇ ਵਿੱਚ ਡਿਵੈਲਪਮੈਂਟ ਲੈ ਕੇ ਆਉਣ। ਡਿਵੈਲਪਮੈਂਟ ਬੰਦੇ 'ਚ ਕਦੋਂ ਆਉਂਦੀ ਹੈ? ਜਦੋਂ ਉਹ ਨਵੀਆਂ ਟੈਕਨੀਕਸ ਨੂੰ ਸਿੱਖ ਲੈਂਦਾ ਹੈ। ਜਿਵੇਂ ਕਿ ਸਾਡੇ ਵਿੱਚ ਪਹਿਲਾਂ ਡਿਵੈਲਪਮੈਂਟ ਕੀ ਸੀ ਕਿ ਸਾਨੂੰ ਨਾ ਕੰਪਿਊਟਰ ਜ਼ਿਆਦਾ ਆਉਂਦਾ ਸੀ, ਨਾ ਸਾਨੂੰ ਐਂਡਰੋਇਡ ਫੋਨ ਚਲਾਉਣੇ ਆਉਂਦੇ ਸੀ, ਲੇਕਿਨ ਹੌਲੀ ਹੌਲੀ ਟਾਈਮ ਟੂ ਟਾਈਮ ਜਿਵੇਂ ਜਿਵੇਂ ਚੀਜ਼ਾਂ ਆਈਆਂ ਅਸੀਂ ਯੂਜ਼ ਕੀਤੀਆਂ ਤਾਂ ਅਸੀਂ ਇਹਨਾਂ ਦੇ ਨਾਲ ਯੂਜ਼ ਟੂ ਹੋ ਗਏ, ਸਾਨੂੰ ਇਹਨਾਂ ਦੀ ਆਦਤ ਪੈ ਗਈ। ਇਸੇ ਤਰ੍ਹਾਂ ਇੱਕ ਇੰਪਲੋਈਜ਼ ਹੈ, ਉਹਨਾਂ ਨੂੰ ਨਵੀਆਂ ਟੈਕਨੀਕਸ ਦੇ ਬਾਰੇ ਅਸੀਂ ਕੀ ਕਰਨਾ ਹੈ? ਪ੍ਰੋਵਾਈਡ ਕੀ ਕਰਨਾ ਉਹਨਾਂ ਨੂੰ? ਦੇਖੋ ਓਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ ਨੇ ਜਿਸ 'ਚ ਕੰਟੈਸਟ ਪ੍ਰੋਵਾਈਡ ਕਰਨੇ ਆ। ਜਿਹੜਾ ਬੰਦਾ ਇਸ ਲੈਵਲ ਨੂੰ ਅਚੀਵ ਕਰੂਗਾ ਉਹਦੀ ਸੈਲਰੀ ਹਾਇਰ ਹੋ ਜੂਗੀ, ਉਹਨੂੰ ਬੋਨਸ ਮਿਲ ਜੂਗਾ ਜਾਂ ਉਸਦੀ ਪ੍ਰਮੋਸ਼ਨ ਕਰ ਦਿੱਤੀ ਜਾਊਗੀ। ਇਹ ਸਾਰੀਆਂ ਚੀਜ਼ਾਂ ਡਿਵੈਲਪਮੈਂਟ ਵਾਸਤੇ ਹੈ। ਓਪਰਚੁਨਿਟੀਜ਼ ਪ੍ਰੋਵਾਈਡ ਕਰਨੀਆਂ ਉਹਨਾਂ ਨੂੰ ਕੈਰੀਅਰ ਗਰੋਥ ਵਾਸਤੇ। ਵਿਦ ਨਾਲ ਉਹਨਾਂ ਨੂੰ ਕੀ ਪ੍ਰੋਵਾਈਡ ਕਰਨਾ? ਅਸੀਂ ਹੈਲਪ ਆਫ ਟ੍ਰੇਨਿੰਗ ਐਂਡ ਮੋਟੀਵੇਸ਼ਨ। ਅਸੀਂ ਉਹਨਾਂ ਨੂੰ ਟਾਈਮ ਟੂ ਟਾਈਮ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ ਤਾਂ ਜੋ ਨਵੇਂ ਇਨਵਾਇਰਮੈਂਟ ਦੇ ਨਾਲ ਕੋਪ ਅਪ ਹੋ ਸਕਣ ਉਹ। ਔਰ ਨਾਲ ਦੀ ਨਾਲ ਉਹਨਾਂ ਨੂੰ ਮੋਟੀਵੇਸ਼ਨ ਵੀ ਪ੍ਰੋਵਾਈਡ ਕਰਨੀ ਹੈ ਸੋ ਦੈਟ ਉਹ ਆਪਣੇ ਅੰਦਰ ਚਾਰਜ ਰਹਿਣ। ਮੋਟੀਵੇਸ਼ਨ ਕੀ ਹੁੰਦਾ? ਚਾਰਜ ਤੁਹਾਡੇ ਲਈ, ਕਿ ਇੱਕ ਤਰ੍ਹਾਂ ਦੀ ਤੁਹਾਡੀ ਇੰਟਰਨਲ ਤੁਹਾਡੀ ਸਟਿਮੂਲੀ ਹੈ ਜੋ ਆਪਣੀ ਸੋਚ ਨੂੰ ਬੂਸਟ ਕਰ ਦਿੰਦੀ ਹੈ ਕਿ ਹਾਂ ਮੈਂ ਇਹ ਕੰਮ ਕਰਨਾ ਹੈ, ਯੈਸ ਆਈ ਕੈਨ ਡੂ ਇਟ। ਇਹ ਮੋਟੀਵੇਸ਼ਨ ਹੈ ਮੇਰੇ ਲਈ, ਮੈਂ ਕਰਨਾ ਹੈ, ਮੈਂ ਕਰ ਸਕਦਾ।
ਤਾਂ ਉਹਨਾਂ ਨੂੰ ਮੋਟੀਵੇਸ਼ਨ ਅਸੀਂ ਪ੍ਰੋਵਾਈਡ ਕਰਨੀ ਹੈ। ਮੋਟੀਵੇਸ਼ਨ ਵੀ ਕਈ ਤਰ੍ਹਾਂ ਦੀ ਹੁੰਦੀ ਹੈ, ਲੇਟਰ ਔਨ ਅਗਲੇ ਚੈਪਟਰਾਂ ਦੇ ਵਿੱਚ ਆਪਾਂ ਇਸ ਨੂੰ ਵੀ ਡਿਸਕਸ ਕਰਾਂਗੇ। ਨੈਕਸਟ ਪੁਆਇੰਟ ਹੈ ਆਪਣਾ ਪਰਸਨਲ ਰਿਕੋਗਨੀਸ਼ਨ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ। ਦੇਖੋ, ਇੱਕ ਵਰਕਰ ਜਿਹੜਾ ਹੈ ਉਸ ਨੂੰ ਤੁਸੀਂ ਅੱਛੀ ਸੈਲਰੀ ਪ੍ਰੋਵਾਈਡ ਕਰ ਦਿਓ, ਉਹਦਾ ਕੈਰੀਅਰ ਵੀ ਗਰੋ ਕਰ ਦਿਓ, ਲੇਕਿਨ ਉਸ ਨੂੰ ਕਦੇ ਵੀ ਜਿਹੜੀ ਪਰਸਨਲ ਰਿਕੋਗਨੀਸ਼ਨ ਹੈ ਉਹ ਨਹੀਂ ਅਸੀਂ ਦਿੰਦੇ, ਅਸੀਂ ਉਹਦੀ ਇੱਜ਼ਤ ਨਹੀਂ ਕਰਦੇ, ਅਸੀਂ ਉਸ ਨੂੰ ਇੱਕ ਅਹਿਮੀਅਤ ਨਹੀਂ ਦਿੰਦੇ ਆਰਗੇਨਾਈਜੇਸ਼ਨ ਦੇ ਅੰਦਰ, ਤਾਂ ਉਹਦੇ ਲਈ ਸਾਰਾ ਕੁਝ ਕੀ ਹੈ, ਯੂਜ਼ਲੈਸ ਹੈ। ਸੋ ਅਸੀਂ ਕੀ ਪ੍ਰੋਵਾਈਡ ਕਰਨਾ ਹੈ, ਉਸ ਵਰਕਰ ਨੂੰ ਪਰਸਨਲ ਰਿਕੋਗਨੀਸ਼ਨ ਪ੍ਰੋਵਾਈਡ ਕਰਨੀ ਹੈ। ਪ੍ਰੋਵਾਈਡ them personal recognition by respecting their ideas and suggestions। ਇਹ ਕਦੋਂ ਹੋਊਗਾ, ਜਦੋਂ ਅਸੀਂ ਉਹਦਾ ਆਈਡੀਆ ਅਸੈਪਟ ਕਰਾਂਗੇ, ਉਸ ਨੂੰ ਵੈਲਕਮ ਕਹਾਂਗੇ, ਉਹਦੇ ਸੁਜੈਸ਼ਨਸ ਨੂੰ ਵੈਲਕਮ ਕਹਾਂਗੇ ਫॉर द ਬੈਟਰਮੈਂਟ ਆਫ ਆਰਗੇਨਾਈਜੇਸ਼ਨ। ਦੇਖੋ, ਕਈ ਵਾਰ ਕੀ ਹੁੰਦਾ ਇੱਥੇ ਕਿ ਜੋ ਮੈਨੇਜਮੈਂਟ ਹੈ, ਜਦੋਂ ਵਰਕਰ ਕੋਈ ਵੀ ਆਈਡੀਆ ਲੈ ਕੇ ਆਉਂਦਾ ਹੈ ਤਾਂ ਮੈਨੇਜਮੈਂਟ ਵਾਲੇ ਉਸ ਨੂੰ ਕੀ ਕਹਿੰਦੇ ਆ, ਹਟ ਤੂੰ ਤਾਂ ਆਰਗੇਨਾਈਜੇਸ਼ਨ ਦੇ ਵਿੱਚ ਛੋਟੇ ਲੈਵਲ 'ਤੇ ਇਹਨੂੰ ਨਹੀਂ ਪਤਾ ਇਹ ਚੀਜ਼ਾਂ ਬਾਰੇ, ਹੈ ਨਾ। ਔਰ ਇੱਕ ਉਹਨੂੰ ਇਹ ਕਹਿ ਦੇਣਾ ਕਿ ਯਸ ਠੀਕ ਹੈ ਆ ਜਾ, ਔਰ ਜੋ ਵੀ ਆਈਡੀਆ ਲੈ ਕੇ ਆਇਆ ਉਸ ਨੂੰ ਬੈਠ ਕੇ ਸੁਣਨਾ ਧਿਆਨ ਦੇ ਨਾਲ, ਔਰ ਉਸ ਨੂੰ ਵੀ ਕੰਸੀਡਰ ਕਰਨਾ, ਔਰ ਅਗਰ ਉਸ ਨੂੰ ਤੁਸੀਂ ਯੂਜ਼ ਕਰ ਲੈਂਦੇ ਹੋ, ਸਿਲੈਕਟ ਕਰ ਦਿੰਦੇ ਹੋ, ਦੈਨ ਉਸ ਨੂੰ ਮੋਟੀਵੇਟ ਕਰਨਾ, ਉਸ ਨੂੰ ਟੀਮ ਮੀਟਿੰਗ ਦੇ ਵਿੱਚ ਬੁਲਾ ਕੇ ਸ਼ਾਬਾਸ਼ ਦੇਣੀ। ਤਾਂ ਇਹ ਸਾਰੀਆਂ ਚੀਜ਼ਾਂ ਨਾਲ ਕੀ ਹੁੰਦਾ ਹੈ, ਇੱਕ ਜਿਹੜਾ ਵਰਕਰ ਹੈ ਉਹ ਆਪਣੇ ਆਪ ਨੂੰ ਬੀਇੰਗ ਅ ਪਾਰਟ ਆਫ ਆਰਗੇਨਾਈਜੇਸ਼ਨ ਸਮਝਣ ਲੱਗ ਜਾਂਦਾ ਹੈ, ਔਰ ਇਹ ਬੜਾ ਜ਼ਰੂਰੀ ਹੈ। ਜਦ ਤੱਕ ਉਹ ਆਪਣੇ ਆਪ ਨੂੰ ਆਰਗੇਨਾਈਜੇਸ਼ਨ ਦਾ ਪਾਰਟ ਨਹੀਂ ਸਮਝੂਗਾ, ਉਹ ਕਦੇ ਵੀ ਆਪਣਾ 100% ਨਹੀਂ ਦਊਗਾ। ਕੋਈ ਵੀ ਬੰਦਾ 100% ਉੱਥੇ ਦਿੰਦਾ ਹੈ ਜਿੱਥੇ ਉਹਨੂੰ ਲੱਗਦਾ ਹੈ ਕਿ ਇਹ ਮੈਂ ਆਪਣੇ ਲਈ ਹੀ ਕਰ ਰਿਹਾ ਹਾਂ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਰਿਕੋਗਨਾਈਜ਼ ਕਰਨਾ ਹੈ, ਅਸੀਂ ਉਹਨਾਂ ਦੀ ਪਰਸਨਲ ਆਈਡੈਂਟੀਟੀ ਜਿਹੜੀ ਹੈ ਉਸ ਨੂੰ ਬੂਸਟ ਕਰਨਾ, ਉਸ ਨੂੰ ਨਿਖਾਰਨਾ ਅਸੀਂ, ਔਰ ਇਹ ਸਾਡਾ ਆਬਜੈਕਟ ਹੈ ਸਾਡੇ ਇੰਪਲੋਈਜ਼ ਦੀ ਤਰਫ। ਨੈਕਸਟ ਪੁਆਇੰਟ ਹੈ, ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੈ ਬੈਟਰ ਵਰਕਿੰਗ ਕੰਡੀਸ਼ਨਸ। ਵਰਕਿੰਗ ਕੰਡੀਸ਼ਨਸ ਹੁਣ ਕੀ ਹੁੰਦੀਆਂ, ਜਿੱਥੇ ਉਹ ਕੰਮ ਕਰ ਰਹੇ ਹੈ ਉਹਨਾਂ ਦੀ ਲਾਈਫ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ, ਪ੍ਰੋਪਰ ਉਹਨਾਂ ਦੇ ਰੈਸਟ ਆਵਰਸ ਹੋਣੇ ਚਾਹੀਦੇ ਆ, ਔਰ ਅਗਰ ਉਹਨਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਤਾਂ ਬੱਚਿਆਂ ਵਾਸਤੇ ਕੋਈ ਚਾਈਲਡ ਕਰਚ ਵਗੈਰਾ ਇਸ ਤਰ੍ਹਾਂ ਦੀ ਬਣਾਉਣੀ ਜਿਸ ਦੇ ਨਾਲ ਉਹਨਾਂ ਨੂੰ ਵੀ ਸੰਭਾਲਿਆ ਜਾ ਸਕੇ। ਠੀਕ ਹੈ, ਪ੍ਰੋਪਰ ਉਹਨਾਂ ਦੇ ਵਿਚਕਾਰ ਜਿਹੜੀ ਹੈ ਬ੍ਰੇਕ ਹੈ ਉਹ ਵੀ ਹੋਣੀ ਚਾਹੀਦੀ ਹੈ। ਸੋ ਇਹ ਸਾਰੀ ਚੀਜ਼ ਅਸੀਂ ਵਰਕਰ ਦੇ ਲਈ ਪ੍ਰੋਵਾਈਡ ਕਰਨੀ ਹੈ। ਕੈਂਟੀਨ ਪ੍ਰੋਵਾਈਡ ਕਰਨੀ ਹੈ, ਜੋ ਵੀ ਯੂਰੀਨਲਸ ਹੋਣਗੇ, ਉਹਨਾਂ ਦੇ ਵਾਸ਼ਰੂਮ ਵਗੈਰਾ ਹੋਣਗੇ ਉਹ ਸਾਫ਼ ਸੁਥਰੇ ਹੋਣੇ ਚਾਹੀਦੇ ਆ, ਅਵੇਲੇਬਿਲਿਟੀ ਆਫ ਮਟੀਰੀਅਲ ਅੱਛੀ ਹੋਣੀ ਚਾਹੀਦੀ ਹੈ। ਸੋ ਮਤਲਬ ਕਿ ਉਹਨਾਂ ਨੂੰ ਕੰਮ ਕਰਦੇ ਟਾਈਮ ਉੱਥੇ ਵਧੀਆ ਫੀਲ ਹੋਵੇ। ਅਗਰ ਅੱਛਾ ਫੀਲ ਹੋਏਗਾ ਦੈਨ ਉਹ ਆਪਣੀ ਵਰਕ ਪਲੇਸ ਦੇ ਨਾਲ ਪਿਆਰ ਕਰਦੇ ਆ, ਔਰ ਉੱਥੇ ਵਰਕਰ ਜਿਹੜੇ ਹੈ ਜ਼ਿਆਦਾ ਮੋਟੀਵੇਟ ਹੋ ਕੇ ਕੰਮ ਕਰਦੇ ਆ। ਸੋ ਇਸ ਕਰਕੇ ਇਹ ਵੀ ਸਾਡਾ ਇੱਕ ਆਬਜੈਕਟ ਹੈ, ਮੈਨੇਜਮੈਂਟ ਦਾ ਆਬਜੈਕਟ ਹੈ ਕਿ ਦੇਖੋ ਮੈਨੇਜਮੈਂਟ ਕੀ ਸੀ, ਦੂਜਿਆਂ ਤੋਂ ਕੰਮ ਕਰਵਾਉਣ ਦੀ ਕਲਾ, ਔਰ ਕੰਮ ਲੈਣਾ ਸੀ ਆ, ਕਰਨਾ ਉਹਨਾਂ ਨੇ ਆ, ਔਰ ਉਦੋਂ ਕਰਨਗੇ ਜਦੋਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਸਹੀ ਲੱਗਦੀਆਂ ਨੇ, ਵਧੀਆ ਲੱਗਦੀਆਂ। ਸੋ ਇਸ ਕਰਕੇ ਬੈਟਰ ਵਰਕਿੰਗ ਕੰਡੀਸ਼ਨਸ ਜਿਹੜੀ ਹੈ ਉਹ ਵੀ ਅਸੀਂ ਇਸ 'ਚ ਪ੍ਰੋਵਾਈਡ ਕਰਨੀ ਹੈ। ਲਾਸਟ ਪੁਆਇੰਟ ਹੈ ਪ੍ਰੋਵਾਈਡ them ਅਦਰ ਸੋਸ਼ਲ ਬੈਨੀਫਿਟਸ। ਇਸ ਤੋਂ ਬਿਨਾਂ ਅਸੀਂ ਉਹਨਾਂ ਦੇ ਲਈ ਹੋਰ ਵੀ ਸੋਸ਼ਲ ਬੈਨੀਫਿਟ ਪ੍ਰੋਵਾਈਡ ਕਰ ਸਕਦੇ ਹਾਂ। ਹੁਣ ਅਦਰ ਸੋਸ਼ਲ ਬੈਨੀਫਿਟਸ ਦੇ ਵਿੱਚ ਕੀ ਆ ਜਾਂਦਾ, ਇਹ ਨਾਨ ਮੋਨੀਟਰੀ ਹੋਣਗੇ। ਮੋਨੀਟਰੀ ਦੇ ਵਿੱਚ ਅਸੀਂ ਆਲਰੇਡੀ ਉੱਪਰ ਕੰਪੀਟੀਟਿਵ ਸੈਲਰੀਜ਼ ਪ੍ਰੋਵਾਈਡ ਕਰਤੀਆਂ, ਬੋਨਸ ਦੇ ਦਿੱਤੇ, ਉਹਨਾਂ ਨੂੰ ਕਮਿਸ਼ਨ ਪ੍ਰੋਵਾਈਡ ਕਰ ਸਕਦੇ ਹਾਂ। ਲੇਕਿਨ ਅਦਰ ਸੋਸ਼ਲ ਬੈਨੀਫਿਟ ਦੇ ਵਿੱਚ ਕੀ ਹੋਊਗਾ ਕਿ ਉਹਨਾਂ ਨੂੰ ਇੱਕ ਰੈਜ਼ੀਡੈਂਸ ਦੀ ਪਲੇਸ ਦੇ ਦੇਣੀ ਇਨ ਅ ਗੁੱਡ ਲੋਕੈਲਿਟੀ, ਅੱਛੀ ਜਗ੍ਹਾ ਉਹਨਾਂ ਨੂੰ ਰਹਿਣ ਵਾਸਤੇ ਪ੍ਰੋਵਾਈਡ ਕਰ ਦੇਣੀ, ਲੋਕੇਸ਼ਨ ਵਧੀਆ ਹੋਵੇ ਉਸਦੀ। ਓਪਰਚੁਨਿਟੀ ਫॉर ਐਜੂਕੇਸ਼ਨ ਦੇ ਦੇਣਾ ਉਹਨਾਂ ਨੂੰ ਕਿ ਉਹ ਖੁਦ ਦੀ ਵੀ ਐਜੂਕੇਸ਼ਨ ਜਿਹੜੀ ਹੈ ਅੱਗੇ ਕਰ ਸਕਦੇ ਆ, ਇਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਦੇਣਾ। ਅਤੇ ਉਹਨਾਂ ਦੀ ਲਾਈਫ ਜਿਹੜੀ ਹੈ ਉਹਦੇ ਲਈ ਸਿਕਿਉਰਿਟੀ ਪ੍ਰੋਵਾਈਡ ਕਰ ਦੇਣੀ, ਇੰਸ਼ੋਰੈਂਸ ਵਗੈਰਾ ਉਹਨਾਂ ਨੂੰ ਪ੍ਰੋਵਾਈਡ ਕਰ ਦੇਣਾ। ਇਸ ਤੋਂ ਬਿਨਾਂ ਉਹਨਾਂ ਦੀ ਚਿਲਡਰਨ ਐਜੂਕੇਸ਼ਨ ਦੀ ਫੈਸਿਲਿਟੀ ਉਹਨਾਂ ਨੂੰ ਪ੍ਰੋਵਾਈਡ ਕਰ ਦੇਣੀ। ਇਸ ਤੋਂ ਬਿਨਾਂ ਅਦਰ ਕੋਈ ਹੋਰ ਨੋਨ ਬੈਨੀਫਿਟ ਜਿਹੜੇ ਫਾਈਨੈਂਸ਼ੀਅਲ ਬੈਨੀਫਿਟ ਹੈ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਹੁਣ ਜਿਸ ਦੇ ਵਿੱਚ ਉਹਨਾਂ ਨੂੰ ਗੈਸ ਦਾ ਕਨੈਕਸ਼ਨ ਆ ਜਾਂਦਾ ਹੈ, ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਲਾਈਕ ਕਲੱਬ ਬਣੇ ਹੁੰਦੇ ਆ, ਕਲੱਬਾਂ ਦੇ ਵਿੱਚ ਅਸੀਂ ਉਹਨਾਂ ਨੂੰ ਮੈਂਬਰਸ਼ਿਪ ਦੇ ਸਕਦੇ ਹਾਂ। ਸੋ ਇਹ ਜਿਹੜੀਆਂ ਓਵਰਆਲ ਚੀਜ਼ਾਂ ਇਹ ਅਸੀਂ ਉਹਨਾਂ ਨੂੰ ਅਦਰ ਬੈਨੀਫਿਟ ਦੇ ਵਿੱਚ ਪ੍ਰੋਵਾਈਡ ਕਰ ਸਕਦੇ ਹਾਂ, ਸੋਸ਼ਲ ਬੈਨੀਫਿਟ ਨਾਲ, ਜਿਨ੍ਹਾਂ ਦੇ ਨਾਲ ਓਵਰਆਲ ਅਗਰ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਹਾਈ ਹੋ ਜਾਂਦਾ ਹੈ। ਕਲੀਅਰ। ਸੋ ਇਹ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਸੀ ਸਾਰੇ ਕਿ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੇ ਅੰਦਰ ਮੈਨੇਜਮੈਂਟ ਜਿਹੜੀ ਆ ਉਸ ਦੇ ਆਬਜੈਕਟਿਵ ਕੀ ਆ, ਕੁਛ ਆਰਗੇਨਾਈਜੇਸ਼ਨ ਦੇ ਨਾਲ ਰਿਲੇਟਡ ਹੋਣਗੇ, ਕੁਛ ਸੁਸਾਇਟੀ ਨਾਲ ਰਿਲੇਟਡ ਹੋਣਗੇ, ਔਰ ਕੁਛ ਸਾਡੇ ਵਰਕਰਸ ਦੇ ਨਾਲ ਰਿਲੇਟਡ ਹੋਣਗੇ। ਹੋਪਫੁਲੀ ਕਿ ਤੁਹਾਨੂੰ ਇਹ ਸਾਰੇ ਸਮਝ ਆਏ ਹੋਣਗੇ।
ਅਗਰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਇਸ ਤੋਂ ਬਿਨਾਂ ਕੋਈ ਚੀਜ਼ ਰਹਿ ਜਾਂਦੀ ਹੈ, ਦੈਨ ਤੁਸੀਂ ਪਲੀਜ਼ ਮੈਨੂੰ ਮੈਸੇਜ ਕਰਕੇ ਉਹ ਚੀਜ਼ ਦੱਸ ਸਕਦੇ ਹੋ। ਠੀਕ ਹੈ ਜੀ।